सालों ਦੇ ਵਿੱਚ ਕਦੇ ਕਿਸੇ ਨੇ ਦੇਖਿਆ ਰਾਜ ਸਭਾ ਦੇ ਮੈਂਬਰ ਬਾਹਰੋਂ ਗਏ ਹੋਣ, ਪੰਜਾਬ ਚੋਂ ਨਾ ਗਏ ਹੋਣ? ਤੇ ਜ਼ਿਲ੍ਹਾ ਕਾਂਗਰਸ ਕਮੇਟੀ तमाम ਚੇਅਰਮੈਨ ਸਾਹਿਬ ਤੁਹਾਡਾ ਸਾਰਿਆਂ ਦਾ ਬਈ ਇੱਥੇ ਆਉਣ ਤੇ ਧੰਨਵਾਦ ਤੇ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। महंगाई मुक्त भारत अभियान राहुल गांधी जी ने शुरू किया है। गैस के तेल के जिहड़े भाव है नित बीजेपी गवर्नमेंट इहनूं वधा दिंदी है। ਉਹਦੇ ਮੁਤਲਕ ਅੱਜ ਦਿੱਲੀ ਤੋਂ ਸੁਨੇਹਾ ਆਇਆ ਕਿ ਅੱਜ ਪੂਰੇ ਦੇਸ਼ ਭਰ ਦੇ ਵਿੱਚ ਅਸੀਂ ਸਿੰਬੋਲਿਕ ਧਰਨੇ ਲਾਉਣੇ ਕਿ ਅੱਜ ਅਸੀਂ ਸਾਰੇ ਹੀ ਕਾਂਗਰਸ ਪਾਰਟੀ ਦੇ ਜਿਹੜੇ ਆਗੂ ਸਹਿਬਾਨ ਨੇ ਅੱਜ ਇਹ ਪਹਿਲਾ ਧਰਨਾ ਸਰਕਾਰ ऑपोजिशन की बंद तो बाद पहला धरना लाया। सो बिल्कुल एक गल ठीक है, लोग कांग्रेस को याद करया करनगे। असीं साडे च कमियां रहियां, कांग्रेस ने बथेरे बहुत चंगे काम कीते। सूई तो लेके जहाज बनाउण दा काम कांग्रेस पार्टी ने कीता। जे पुरानी कोई इमारत देख लोगे, पुराना कोई फैसला देख लोगे तो सब तुहानूं नजर आएगा। बेशक विधान सभा तो लेके भाखड़ा डैम तक कांग्रेस पार्टी दे लीडर साहबानां ने ਉਹਨਾਂ ਦੀ ਨਿਉ ਰੱਖਣ ਦੇ ਵਿੱਚ ਤੇ ਉਹਨਾਂ ਨੂੰ ਸਿਰੇ ਚੜ੍ਹਨ ਦੇ ਵਿੱਚ ਆਪਦਾ ਵੱਡਮੁੱਲਾ ਯੋਗਦਾਨ ਪਾਇਆ ਹੈ। ਕਈ ਵਾਰੀ ਲੋਕ ਕਹਿ ਦਿੰਦੇ ਕਿ 70 ਸਾਲਾਂ 'ਚ ਕਾਂਗਰਸ ਨੇ ਕੀ ਕੀਤਾ ਹੈ। ਕਾਂਗਰਸ ਨੇ ਹੀ ਸਭ ਕੁਝ ਕੀਤਾ। ਇਸ ਦੇਸ਼ ਦੇ ਅੰਦਰ 60 ਸਾਲ ਕਾਂਗਰਸ ਪਾਰਟੀ ਦਾ ਰਾਜ ਜੇ ਉਹਨਾਂ ਨੇ ਕੀਤਾ ਤੇ ਮੇਰਾ ਖਿਆਲ ਅੱਜ ਤੋਂ 8 ਸਾਲ ਪਹਿਲਾਂ ਇਹੀ ਸਿਲੰਡਰ 350 ਰੁਪਏ ਦਾ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ 'ਚ ਮਿਲਿਆ ਕਰਦਾ ਸੀ। 60 ਸਾਲ और इन्होंने 18 साल ਦੇ ਵਿੱਚ ਅੱਜ 950,000 ਰੁਪਏ ਦਾ ਕਰਤਾ, ਜਾਨੀ ਕਿ 2 ਗੁਣਾ ਜ਼ਿਆਦਾ। ਅਸੀਂ 60 ਸਾਲ ਟਪਾਏ ਤੇ 350 ਰੁਪਏ ਨਹੀਂ ਟੱਪਣ ਦਿੱਤਾ। ਅਸੀਂ 60 ਸਾਲ ਟਪਾਏ ਤੇ 45 ਰੁਪਏ ਡੀਜ਼ਲ ਨਹੀਂ ਟੱਪਣ ਦਿੱਤਾ। ਅਸੀਂ 60 ਸਾਲ ਟਪਾਏ ਤੇ ਯੂਰੀਆ ਦਾ ਗੱਟਾ 450 ਰੁਪਏ ਨਹੀਂ ਟੱਪਣ ਦਿੱਤਾ। ਔਰ ਅੱਜ ਸਾਰੇ ਜਿਹੜਾ ਡੀਏਪੀ ਦਾ ਮਾਫੀ ਚਾਹੁੰਦਾ ਡੀਏਪੀ ਦਾ ਗੱਟਾ ਅੱਜ ਹਰ ਚੀਜ਼ ਅਸਮਾਨ ਛੂ ਗਈ। ਉਹਦਾ ਕਾਰਨ ਕੀ ਹੈ ਕਿ ਐਸੀਆਂ ਪਾਰਟੀਆਂ ਨੇ ਦੇਸ਼ ਦੇ ਅੰਦਰ ਰਾਜ ਕਰ ਲਿਆ। ਉਹਦੇ ਵਿੱਚ ਸਾਡੀ ਲੋਕਾਂ ਦੀ ਗਲਤੀ ਸੀ, ਇਸ ਕਰਕੇ ਉਹਨਾਂ ਦਾ ਰਾਜ ਭਾਗ ਆਇਆ। ਕਿਤੇ ਨਾ ਕਿਤੇ ਅਸੀਂ ਸਾਰੇ ਸੌਖੇ ਕੰਮ 'ਚ ਹੋ ਗਏ। ਸਾਰੇ ਲੀਡਰ ਸਾਹਿਬਾਨ, ਵੱਡੇ ਲੀਡਰ ਸਾਹਿਬਾਨ ਤੇ ਛੋਟੇ ਲੀਡਰ ਸਾਹਿਬਾਨ ਵੀ। ਬੇਸ਼ੱਕ ਜਗਪਾਲ ਜੀ ਨੇ ਗੱਲ ਕਹੀ, ਹੋਰ ਕਈ ਲੀਡਰਾਂ ਨੇ ਸਾਹਿਬਾਨਾਂ ਨੇ ਗੱਲ ਕਹੀ ਹੈ। ਇਹ ਜਿਹੜੀ ਕਮੀ ਤੇ ਖੜੋਤ ਆਈ ਹੈ ਕਾਂਗਰਸ ਪਾਰਟੀ ਦੇ ਵਿੱਚ ਅੱਜ 18 ਤੇ ਰਹੇ, ਇਹਦੇ ਵਿੱਚ ਸਭ ਦਾ ਕਿਤੇ ਨਾ ਕਿਤੇ ਯੋਗਦਾਨ ਹੈ। ਕਿਸੇ ਦਾ 1% ਹੈ, ਕਿਸੇ ਦਾ 5%। ਅਸੀਂ ਵੀ ਸੌਖੇ ਹੋ ਗਏ ਕਿਉਂਕਿ ਸਾਨੂੰ ਵੀ ਸੌਖ ਦੀ ਆਦਤ ਪੈ ਗਈ ਹੈ। ਹਰ ਵਿਅਕਤੀ ਚਿੱਟਾ ਕੁੜਤਾ ਪਜਾਮਾ ਪਾ ਕੇ 5 ਮਿੰਟ ਨਹੀਂ ਬੈਠ ਸਕਦਾ। ਕੋਈ ਐਸੇ ਵਰਕਰ ਨਹੀਂ ਰਹੇ ਜਿਨ੍ਹਾਂ ਨੇ ਧਰਨੇ ਲਾ ਲਾ ਕੇ ਲੜਾਈਆਂ ਲੜ ਕੇ ਦੇਸ਼ ਨੂੰ ਆਜ਼ਾਦ ਕਰਾਇਆ, ਦੇਸ਼ ਅੰਦਰ ਰਾਜ ਕੀਤਾ। 4-4, 5-5 ਦਿਨ ਭੁੱਖ ਹੜਤਾਲ ਤੇ ਲੋਕ ਬੈਠੇ ਰਹਿੰਦੇ ਸੀ, ਮਹੀਨੇ ਬੈਠੇ ਰਹਿੰਦੇ ਸੀ। ਮੇਰਾ ਖਿਆਲ ਸਾਡੇ ਜ਼ਿਲ੍ਹੇ 'ਚ ਤਾਂ ਕੋਈ ਹੈ ਨਹੀਂ ਜਿਹੜਾ ਇੱਕ ਦਿਨ ਭੁੱਖ ਹੜਤਾਲ ਤੇ ਬੈਠੇ। ਦੁਬਾਰਾ ਸਾਨੂੰ ਸੰਘਰਸ਼ ਦੀ ਲੋੜ ਹੈ। ਹਰ ਵਿਅਕਤੀ ਦੇ ਰੁਝੇਵੇਂ ਬੜੇ ਹੈ। ਰਾਜਾ ਜੀ 4 ਜੇਲਾਂ ਕੱਟੀਆਂ 40 ਸਾਲ ਪਹਿਲਾਂ ਕੱਟੀਆਂ, ਹੁਣ ਨਹੀਂ ਕੱਟੀਆਂ। ਹੁਣ ਉਹ ਬੰਦੇ ਮੁੱਕ ਗਏ ਨੇ ਜੇਲ੍ਹ ਕੱਟਣ ਵਾਲੇ। ਮੈਂ ਹੁਣ ਦੀ ਗੱਲ ਕਰ ਰਿਹਾ ਹਰਬੰਸ ਗਰੀਬ ਜੀ। ਅੱਜ ਦੀ ਨਵੀਂ ਪੀੜ੍ਹੀ ਹਰ ਵਿਅਕਤੀ ਇਹ ਕਹਿੰਦਾ ਕਿ ਕੁੜਤਾ ਪਜਾਮਾ, ਚੰਗੀ ਗੱਡੀ ਤੇ ਤੜਕੇ ਐਮਐਲਏ ਦੀ ਟਿਕਟ ਤੇ ਪਰਸੋਂ ਜਿੱਤ ਕੇ ਤੇ ਵਿਧਾਨ ਸਭਾ ਜਾਣਾ। ਇਹ ਰਿਐਲਿਟੀ ਹੋ ਗਈ ਹੈ, ਸੱਚ ਹੋ ਗਿਆ। ਕੋਈ ਐਮਸੀ ਬਣ ਜਾਂਦਾ ਹੈ, ਉਹ ਕਹਿੰਦਾ ਯਾਰ ਛੱਡ ਪਰੇ ਕਿਹੜਾ ਕੁੱਤੇ ਕੰਮ 'ਚ ਜਾਣਾ ਆਪਾਂ ਯਾਰੇ ਲੋਕ। ਕੋਈ ਬਲਾਕ ਪ੍ਰਧਾਨ ਬਣ ਜਾਂਦਾ, ਕੋਈ ਸੰਘਰਸ਼ ਕਰ ਨਹੀਂ ਕਰਦਾ। ਕੋਈ ਜ਼ਿਲ੍ਹਾ ਪ੍ਰਧਾਨ ਬਣ ਜਾਂਦਾ ਹੈ, ਉਹ ਕਹਿੰਦਾ ਹਮ ਆਰਾਮ ਕਰੋ ਭਾਈ। आपके अंदर अगर झाती मारिए कि कितना संघर्ष असी किन्ने जदोजहद की हर एक व्यक्ति ने, तो मेरा ख्याल थोड़ा आंकड़ा अभी आप 0 आ जाएगा कि असी कोई संघर्ष किया नहीं। मगर 10 साल लाओ खानदान अंदाजा किन्ने धरने च गए हो? 33 लाए भाई मैं। तू तो भाई आपदे काम नूं तू तो आपदे काम नूं नहीं लाए। तेरा तो धरने दा है कि ना जेड़ा पिंड अपना रामनगर ओरे करके तू 25 दिन ला देना है। तेरा की है? मेरे कहने में चंगी गल है अगर भुपिंदर जी तुसी 33 लाए है तो मैं मानदा कि सानू होर जरूरत है। 10 साल 33 नहीं चाहिए सानू सारे। मैं तो आप नकम्मा हो गया, मैनू भी सहूलतां मिल लग गई, सौखा हो गए।
ਔਰ ਸੌਖ ਦੇ ਵਿੱਚ ਮੈਨੂੰ ਵੀ ਧਰਨੇ 'ਚ ਆਉਣਾ ਔਖਾ ਲੱਗਦਾ ਹੈ। ਮੈਨੂੰ ਲੱਗਦਾ ਇਹ ਕੀ ਕੰਮ ਮਿਲਿਆ। ਪਰ ਜਿੰਨਾ ਚਿਕਰ ਅਸੀਂ ਲੋਕ ਸੰਘਰਸ਼ ਨਹੀਂ ਕਰਾਂਗੇ ਉਹਨਾਂ ਚਿਕਰ ਸਾਨੂੰ ਕੁਝ ਮਿਲਣਾ ਅਸੰਭਵ ਹੈ। ਐਵੇਂ ਨਾ ਆਮ ਆਦਮੀ ਪਾਰਟੀ ਵੱਲ ਵੇਖੀ ਜਾਓ ਕਿ ਫਲਾਣਾ ਐਮਐਲਏ ਬਣ ਗਿਆ, ਇਹ ਲੀਡਰ ਨਹੀਂ ਹੈ। ਇਹਨਾਂ ਨੇ ਐਡੇ ਵੱਡੇ ਤਨਾਟ ਲੋਕ ਹਰਾਤੇ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ, ਉਹਨਾਂ ਨੂੰ ਬੰਦਾ ਨਹੀਂ ਕੋਈ ਜਾਣਦਾ। ਉਹਦਾ ਕਾਰਨ ਕੀ ਹੈ? ਉਹ ਲੀਡਰ ਨਹੀਂ ਹੈ, ਉਹ ਕੁਦਰਤੀ ਇੱਕ ਹਵਾ ਆਏ ਲੋਕ ਨੇ, ਹਵਾ ਚ ਆਏ ਲੋਕ ਨੇ ਇੱਕ ਹਨੇਰੀ ਦੀ ਤਰ੍ਹਾਂ, ਕਿਉਂਕਿ ਲੋਕ ਬਦਲਾਅ ਚਾਹੁੰਦੇ ਸਨ। ਨਹੀਂ ਐਡੇ ਵੱਡੇ, ਮੈਨੂੰ ਯਾਦ ਹੈ ਜਦੋਂ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ, ਜਦੋਂ ਮੈਂ 2012 ਚ ਜਿੱਤਿਆ ਸੀ, ਲੋਕ ਵੇਖਣ, ਇੱਕ ਮਿੰਟ ਭਾਜੀ ਪਲੀਜ਼ ਯਾਰ, ਇੱਕ ਮਿੰਟ ਚਲੋ ਸਰਦਾਰ ਜੀ ਮੈਨੂੰ ਬੋਲ ਲੈਣ ਦਿਓ, ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਥੋੜਾ ਸਾਈਡ ਤੇ ਹੋ ਜਾਓ, ਮਗਰਲੇ ਨੂੰ ਵੇਖ ਲੈਣ ਦਿਓ। ਓਏ ਇੱਕ ਮਿੰਟ ਯਾਰ ਗੱਲ ਸੁਣ ਲਾ। ਕੋਈ ਨਹੀਂ ਹੱਸ ਰਿਹਾ। ਮੇਰੇ ਕਹਿਣ ਦਾ ਮਤਲਬ ਉਦੋਂ ਲੋਕ ਵੇਖਣ ਆਉਂਦੇ ਹੁੰਦੇ ਸੀ, ਔਰ ਅੱਜ ਵੀ ਐਸੇ ਲੀਡਰ ਹੈਗੇ ਨੇ ਜਿਹੜੇ ਲੋਕ ਕਦੇ ਚੁਣਾਵ ਨਹੀਂ ਜਿੱਤੇ। ਐਸੇ ਬੰਦੇ ਹੈਗੇ ਨੇ ਪੰਜਾਬ ਦੇ ਵਿੱਚ ਜਿਹਨਾਂ ਨੂੰ ਲੋਕ ਸਲਾਮਾਂ ਕਰਦੇ ਨੇ, ਕਿਉਂਕਿ ਉਹਨਾਂ ਨੇ ਕੁਝ ਨਾ ਕੁਝ ਪੰਜਾਬ ਦੇ ਵਾਸਤੇ ਤੇ ਲੋਕਾਂ ਦੇ ਵਿੱਚ ਇੱਕ ਘਾਲਣਾ ਘਾਲੀ ਦੀ ਹੈ। ਤੇ ਕਈ ਮੇਰੇ ਵਰਗੇ ਮੰਤਰੀ ਵੀ ਆ, ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸੰਘਰਸ਼ ਕਰਨ ਵਾਲੇ ਵਿਅਕਤੀ ਨੂੰ, ਬੇਸ਼ੱਕ ਉਹ ਐਮਐਲਏ ਹੋਵੇ ਨਾ ਹੋਵੇ, ਉਹਨੂੰ ਦੁਨੀਆ ਯਾਦ ਕਰਦੀ ਰਹਿੰਦੀ ਹੈ। ਲੇਕਿਨ ਹਰ ਵਿਅਕਤੀ ਨੇ, ਮੈਂ ਤਾਂ ਤੁਹਾਨੂੰ ਆਪ ਕਹਿ ਰਿਹਾ, ਮੈਂ ਸਭ ਤੋਂ ਨਿਕੰਮਾ ਹੋ ਗਿਆ। ਅਸੀਂ ਸਾਰੇ ਧਰਨੇ ਦੇ ਵਿੱਚ ਟਾਈਮ ਪਾਸ ਕਰਨ ਵਾਸਤੇ ਕਈ ਵਾਰੀ ਆ ਜਾਂਦੇ ਕਿ ਚੱਲ ਯਾਰ ਉਹ ਬੜਾ ਹਾਜ਼ਰੀ ਲਾਏਗੀ, ਜ਼ਿਲ੍ਹੇ ਪ੍ਰਧਾਨ ਤੋਂ ਲੈ ਕੇ ਮੰਤਰੀ ਤੱਕ ਤੇ ਸਾਰੇ। ਜਿੰਨਾ ਚਿਰ ਇਹ ਸੋਚ ਨਹੀਂ ਛੱਡਦੇ ਅਸੀਂ ਲੋਕ ਤੇ ਕਾਮਯਾਬ ਨਹੀਂ ਹੋਵਾਂਗੇ। ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ, ਮਰਨਾ ਪੈਂਦਾ ਜੇ ਕੋਈ ਕੰਮ ਸਿਰੇ ਲਾਉਣਾ ਹੈ ਤਾਂ ਮਿੱਤਰੋ। ਹਰ ਵਿਅਕਤੀ ਐਮਐਲਏ ਨਹੀਂ ਬਣ ਸਕਦਾ, ਹਰ ਵਿਅਕਤੀ ਮੰਤਰੀ ਨਹੀਂ ਬਣ ਸਕਦਾ, ਹਰ ਵਿਅਕਤੀ ਜ਼ਿਲ੍ਹਾ ਪ੍ਰਧਾਨ ਨਹੀਂ ਬਣ ਸਕਦਾ। ਭਾਗਾਂ 'ਚ ਜੋ ਲਿਖਿਆ ਉਹ ਮਿਲ ਜਾਣਾ ਹੈ, ਇੱਧਰ ਉੱਧਰ ਤੜਾਪੇ ਮਾਰ ਕੇ ਨਹੀਂ ਮਿਲਣਾ। ਸਾਡੇ ਬਹੁਤ ਸਤਿਕਾਰਯੋਗ ਰਹੇ ਜਗਮੀਤ ਸਿੰਘ ਬਰਾੜ ਸਾਹਿਬ, ਵੇਖ ਲੋ ਕਿੱਥੇ ਪਹੁੰਚ ਗਏ। ਲੇਕਿਨ ਜੇ ਭਾਗਾ ਛਣੀ ਫਿਰ ਨਹੀਂ ਮਿਲ ਸਕਦਾ। ਇਹ ਉਦਾਹਰਣ ਹੈ ਤੁਹਾਡੇ ਇਲਾਕੇ ਦੀ, ਇਹ ਇੱਕ ਉਦਾਹਰਣ ਨਹੀਂ, ਐਸੀਆਂ ਸੈਂਕੜੇ ਉਦਾਹਰਨਾਂ ਮੇਰੇ ਕੋਲੇ, ਲੇਕਿਨ ਮੈਂ ਇਸ ਕਰਕੇ ਦਿੱਤੀ ਹੈ ਕਿ ਸਾਡੇ ਨੇੜੇ ਉਦੋਂ ਕਾਬਲ ਲੀਡਰ ਕੌਣ ਸੀ ਸਾਡੇ ਇਲਾਕੇ 'ਚ, ਉਦੋਂ ਕਾਬਲ ਬੁਲਾਰਾ ਕੌਣ ਸੀ ਸਾਡੇ ਇਲਾਕੇ 'ਚ, ਉਦੋਂ ਕਾਬਲ ਜਿਹੜੀ ਲੜਾਈ ਜਿੱਤੀ ਸੀ ਉਦੋਂ ਸੈਂਟਰ ਮਿਨਿਸਟਰ ਹਰਾਇਆ ਸੀ, ਕੌਣ ਸੀ? ਲੋਕਾਂ ਨੇ ਰਾਤ ਨੂੰ 2 ਵਜੇ ਤੱਕ ਲੋਕ ਜਾਗਦੇ ਹੁੰਦੇ ਸੀ, 8 ਘੰਟੇ ਲੇਟ ਪਹੁੰਚਦਾ ਸੀ ਪਾਰਲੀਮੈਂਟ ਚੁਣਾਵ 'ਚ। ਝਵੇਲਾ ਦੀ ਮੈਂ ਕੈਂਸਲ ਕਰਨ ਗਿਆ ਪ੍ਰੋਗਰਾਮ, ਇਹ 2 ਬੰਦੇ ਗੁਰਦੁਆਰੇ 'ਚ ਬੈਠੇ, ਰਾਤ ਦਾ 2:30 ਵਜਿਆ, ਉਹ ਕਹਿੰਦੇ ਬਈ ਇੱਥੇ ਆਉਣ। ਮੈਂ ਕਿਹਾ ਬੰਦੇ ਤਾਂ 2 ਹੈ। ਤੇ ਜਦੋਂ ਗੱਡੀਆਂ ਜਗਮੀਤ ਸਿੰਘ ਬਰਾੜ ਦੀਆਂ ਝਵੇਲਾ ਲਗਾਈਆਂ ਤੇ ਇੱਕ ਬੰਦੇ ਨੇ ਹੋਕਾ ਦੇਣਾ ਵੀ ਆ ਗਿਆ, ਲੋਕ ਪਾਣੀ 'ਚ ਚਾਦਰੇ ਚੱਕ ਟੱਪ ਝਵੇਲਾ ਦੀ ਰਾਤ ਨੂੰ 2 ਵਜੇ 200 ਬੰਦੇ 300 ਬੰਦਾ ਇਕੱਠਾ ਹੋ ਗਿਆ। ਸੋ ਮੇਰੇ ਕਹਿਣ ਦਾ ਮਤਲਬ ਜੇ ਭਾਗਾਂ 'ਚ ਨਹੀਂ ਲਿਖਿਆ ਫਿਰ ਨਹੀਂ ਮਿਲਣਾ, ਭਾਵੇਂ ਬਰਮੇ ਹੋ ਜਾਏ। लेकिन अगर नीयत साफ है, नीयत साफ नाल कमाई करांगे, नीयत साफ नाल लड़ाई लड़ांगे तो इत्थे ही मिल जाए। जो सारी दुनिया हरगी, थोड़ा ख्याल है मैं मेहनत नाल जित गया, थोड़ा ख्याल है कि मैं बुलारा चंगा सी इस करके जित गया, थोड़ा ख्याल है कि मैं पैसा दौलत लग गया मैं तां जित गया। सच्चे पातशाह दी कृपा सी, नीयत साफ सी, उन्हें कृपा कर दी, मैं तो आ गया सी चौथे गेट च करे। गल मैं तुम सच दसदा, एवें गल है, ये कोई ये नहीं सी भी ये कोई मेहनत नहीं हार गए। मेरी मुकद्दर छुंदा है अगली वाली सही की पता रब ने होर तपस्या कराउणी है उन्हां कोल। ना तो कोई सियाना बन के बनाउंदा, ना कोई कमला बन के गवाउंदा, भागां दा भी गेड़ छेड़। तो यार जो देना है रब ने दे देना, किवें ना किवें व्योत बना उन्हें किते ना किते व्योत थोड़े वास्ते कर देनी है। लेकिन असी लोग संघर्ष करिए, हुण संघर्ष का समा आ गया है। ये महंगाई के मुद्दे चाहे वो आम आदमी पार्टी के जो लोगों ने वादे किए सी उन्होंने उजागर करिए, लड़ाई लड़िए।
और मेरी बेनती है, ठीक है जगपाल सिंह अवल खरारा जी ने ये पहला हुंदा सी, हरबंस गरीब जी भी दसदे, सरदार संसार सिंह मल्लन पुराने व्यक्ति बैठे ने, कामरेड साहब भी बैठे ने। पुराने समय कमेटियां होंदियां सी, छोटी छोटी कमेटी, हर बंदा कोई 10-20 रुपये ਉਹਦੇ ਚ ਪਾਉਂਦਾ ਹੁੰਦਾ ਸੀ, ਉਹਦੇ ਨਾਲ ਫਿਰ ਅਗਲਾ ਮਹਿਸੂਸ ਕਰਦਾ ਸੀ। ਹੁਣ ਉਹ ਕੰਮ ਹੀ ਖਤਮ ਹੋ ਗਿਆ, ਕਿਉਂਕਿ ਮੀਟਿੰਗ ਹੀ ਨਹੀਂ ਹੁੰਦੀ। ਮੀਟਿੰਗ ਕੱਲੀ ਧਰਨੇ ਵਾਸਤੇ ਹੁੰਦੀ ਹੈ, ਨਾ ਕੋਈ ਜ਼ਿਲ੍ਹਾ ਪ੍ਰਧਾਨ ਸਾਹਿਬ ਕਰਦੇ, ਨਾ ਥੱਲੇ ਬਲਾਕ ਵਾਲਾ ਕਰਦਾ, ਤੇ ਨਾ ਕੋਈ ਥੱਲੇ ਕਮੇਟੀ ਵਾਲਾ ਕਰਦਾ। ਜ਼ਿਲ੍ਹਾ ਪ੍ਰਧਾਨ ਸਾਹਿਬ ਦੀ ਗੱਲ ਨਹੀਂ, ਪੰਜਾਬ ਦਾ ਪ੍ਰਧਾਨ ਹੀ ਨਹੀਂ ਕਰਦਾ। ਮਗਰਲੇ 10 ਸਾਲਾਂ 7-8 ਸਾਲਾਂ ਚੋਂ ਮੈਂ ਕਦੇ ਮੀਟਿੰਗਾਂ ਹੁੰਦੀਆਂ ਜ਼ਿਲ੍ਹਾ ਸਤਰ ਤੇ ਵੇਖੇ ਨੇ, ਹਰ ਮਹੀਨੇ ਮੀਟਿੰਗ ਹੋਣੀ ਚਾਹੀਦੀ ਹੈ। ਪਹਿਲਾਂ ਖਰੜੇ ਜਾਂਦੇ ਹੁੰਦੇ ਸੀ, ਹਰ ਮਹੀਨੇ ਮੀਟਿੰਗ, ਏਜੰਡਾ ਕੀ ਹੈ, ਮੀਟਿੰਗ ਹੋਈ ਉੱਥੇ ਬਲਾਕ ਪ੍ਰਧਾਨ, ਸਾਨੂੰ ਪਤਾ ਹੀ ਨਹੀਂ ਕਿਹੜਾ ਸਾਡਾ ਬਲਾਕ ਪ੍ਰਧਾਨ ਨੂੰ ਤਾਂ ਉੱਲੀ ਲੱਗੀ ਪਈ ਹੈ। ਇਹਦਾ ਮਤਲਬ ਸੰਗਠਨ ਢਿੱਲਾ ਹੋ ਗਿਆ। ਉੱਲੀ ਤੋਂ ਮਤਲਬ ਇਹ ਹੈ, ਇਹ ਨਹੀਂ ਪਿੰਦਰ ਨੂੰ ਉੱਲੀ ਲੱਗੀ ਹੈ, ਕੋਈ ਹੱਸਦੇ ਹੋ, ਸੰਗਠਨ ਢਿੱਲਾ ਹੋ ਗਿਆ। ਜਿੰਨਾ ਚਿਰ ਸੰਗਠਨ ਮਜ਼ਬੂਤ ਨਹੀਂ ਕਰਦੇ ਉਹਨਾਂ ਚਿਰ ਸਿਸਟਮ ਨਹੀਂ ਚੱਲਦਾ। 15 ਦਿਨ ਸਾਡੀ ਮੀਟਿੰਗ ਨਹੀਂ ਹੁੰਦੀ। ਬੈਰਿੰਗ ਨੂੰ ਜਿੰਨਾ ਇੱਕ ਤੇਲ ਲਾ ਕੇ ਘਮਾਉਂਦੇ ਨਹੀਂ, ਕੰਮ ਚੱਲਦਾ ਨਹੀਂ। ਆ ਮਾਘੀ ਦਾ ਮੇਲਾ ਖਤਮ ਹੋ ਗਿਆ, ਲੋਕ ਕਹਿੰਦੇ ਨਾ ਇੱਥੇ ਕਈ ਲੋਕ ਨੇ ਕਹਿੰਦੇ ਸੌਖੇ ਹੋ ਗਏ, ਮੈਂ ਤਾਂ ਐਮਐਲਏ ਬਣ ਗਿਆ। ਮੈਂ ਕਹਿੰਦਾ ਯਾਰ ਬੜੇ ਸੌਖੇ ਹੋ ਗਏ, ਬੱਸਾਂ ਭਰ ਕੇ ਲਿਆਉਣੀਆਂ ਪੈਂਦੀਆਂ ਸੀ, ਖਰਚਾ ਹੁੰਦਾ ਸੀ, ਰੈਲੀ ਹੁੰਦੀ ਸੀ, ਪਿੰਡਾਂ 'ਚ ਜਾਣਾ ਪੈਂਦਾ ਸੀ, ਪਰ ਇਹ ਨੁਕਸਾਨ ਹੋ ਗਿਆ। ਪਿੰਡਾਂ ਜਾਂਦੇ ਸੀ, ਪ੍ਰਚਾਰ ਕਰਦੇ ਸੀ, ਆਏ ਸਾਲ ਬੱਸਾਂ ਲਿਆਉਂਦੇ ਸੀ, ਲੋਕ ਚਾਰਜ ਹੋ ਕੇ ਜਾਂਦੇ ਸੀ, ਲਾ ਮੈਂ ਤਾਂ ਇਹ ਵੇਖਿਆ ਜਿੰਨੇ ਲੋਕਾਂ ਨੂੰ ਧਰਨੇ 'ਚ ਲਿਆਉਂਗੇ ਉਹਨੇ ਇਹ ਰਵਾ ਹੋਣਗੇ ਜਾਂ ਕੰਮ ਤੇ ਜਿੰਨਾ ਇਹਨਾਂ ਨੂੰ 6-6 ਮਹੀਨੇ ਬੁਲਾਉਂਗੇ ਨਾ ਤੁਸੀਂ। ਹੁਣ ਸਾਰੀ ਕਾਂਗਰਸ ਸੌਖੀ ਹੋ ਗਈ। ਉਹਨਾਂ ਨੇ ਯਾਰ ਛੱਡ ਪਰੇ, ਉੱਥੋਂ ਸਾਹਿਬ ਕਹਿੰਦੇ ਚੰਡੀਗੜ੍ਹ ਚੱਲ ਗਈ ਯਾਰ, ਕਿਹੜਾ ਧਰਨਾ, ਕੰਮ ਸਾਰਾ ਸਤਿ ਸ੍ਰੀ ਅਕਾਲ ਹੋਇਆ ਪਿਆ। ਅਜੇ ਵੀ ਕੁਛ ਨਹੀਂ ਹੋਇਆ। ਆਪਣੇ ਕੋਲ ਕੇਡਰ ਹੈ, ਆਪਣੇ ਕੋਲ ਸਿਸਟਮ ਹੈ। ਅੱਜ ਤੋਂ ਬਾਅਦ ਨਿਯਮ ਬਣਾ ਲਓ ਵੀ ਜਿਹੜਾ ਧਰਨਾ ਲੱਗਣਾ ਹੈ ਆਪਾਂ ਸਾਰੇ ਹਲਕਿਆਂ ਦੇ ਉਹਦੇ 'ਚ 100 ਬੰਦਾ ਲੈ ਕੇ ਆਈਏ। ਇਹ ਨਿਯਮ ਹੋਣਾ ਚਾਹੀਦਾ। ਕਿਸੇ ਦਾ ਕੰਮ ਨਹੀਂ, ਇਹ ਆਪਣਾ ਕੰਮ ਹੈ ਮਿੱਤਰੋ। ਜਾਂ ਫਿਰ ਛੱਡੋ ਕੁੜਤੇ ਪਜਾਮੇ, ਕਾਂਗਰਸ ਛੱਡੋ, ਹੋਰ ਪਾਸੇ ਜਾਓ। ਇੱਥੇ ਕਿਉਂ ਧੁੱਪੇ ਸੜੀ ਜਾਂਦੇ ਹੁੰਦਾ, ਸਾਡੇ 'ਚ ਤਾਂ ਉਹਨਾਂ 'ਚ ਕੀ ਫਾਇਦਾ। ਇਹ ਨਿਯਮ ਬਣਾਓ, ਲੀਡਰ ਸਾਹਿਬਾਨ, ਬਲਾਕ ਪ੍ਰਧਾਨ ਸਾਹਿਬਾਨ। ਹੁਣ ਜਿਹੜਾ ਬਲਾਕ ਪ੍ਰੈਜ਼ੀਡੈਂਟ ਆ ਉਹ 20 ਬੰਦੇ ਲੈ ਕੇ ਆਵੇ, ਜਿਹੜਾ ਜ਼ਿਲ੍ਹਾ ਪ੍ਰਧਾਨ ਆ 100 ਬੰਦਾ ਲੈ ਕੇ ਆਵੇ, ਜਿਹੜੇ ਹਲਕਿਆਂ ਦੇ ਇੰਚਾਰਜ ਆ ਉਹ 100 ਬੰਦਾ ਲੈ ਕੇ ਆਉਣ। ਮੈਂ ਵੀ ਆਪਦੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ। ਮੈਂ ਕਿਉਂ ਤੁਹਾਨੂੰ ਨਹੀਂ ਮੈਂ ਕਹਿ ਰਿਹਾ, ਸਭ ਤੋਂ ਪਹਿਲਾਂ ਮੈਂ ਹੀ ਨਹੀਂ ਨਿਭਾਉਂਦਾ। ਪਹਿਲਾਂ ਇਹ ਕੰਮ ਮੇਰੇ ਤੋਂ ਸ਼ੁਰੂਆਤ ਕਰਾਂ। ਚੇਅਰਮੈਨ ਸਾਹਿਬ ਨੇ ਉਹ 20 ਬੰਦੇ ਨਾਲ ਉਹ ਵੀ ਲੈ ਕੇ ਆਉਣ। ਹਾਲਾਂਕਿ ਆਪਣਾ ਅੱਜ ਕੋਈ ਧਰਨਾ ਇਹ ਨਹੀਂ ਵੀ ਬੰਦੇ ਲਿਆਉਣੇ ਸੀ, ਆਪਣਾ ਕੋਈ ਬੰਦੇ ਘੱਟ ਵਾਧੂ ਬੰਦੇ ਜੋ ਆਪਣਾ ਸੁਨੇਹਾ ਲੱਗਿਆ ਸੀ, ਪਰ ਪ੍ਰੋਪਰ ਠੀਕ ਆ, ਪ੍ਰੋਪਰ ਇੰਤਜ਼ਾਮ, ਚਾਹ ਲੋਕਾਂ ਦੇ, ਪਾਣੀ, ਛਾਂ, ਸਿਸਟਮ ਤੇ ਸਮੇਂ ਦਾ ਵੀ ਕੰਮ ਕਰੀਏ। ਮੇਰੇ ਵਰਗਾ ਵੀ ਕਹਿੰਦਾ ਯਾਰ ਧਰਨੇ 'ਚ ਮੈਂ ਲੇਟ ਜਾਵਾਂ, ਆਪਦਾ ਕੰਮ ਕੱਢ ਲਾਂ। ਧਰਨਾ ਮਤਲਬ ਧਰਨਾ ਪਹਿਲਾਂ ਪਾਰਟੀ ਬਿਹਤਰ ਹੈ। ਤੁਹਾਨੂੰ ਉਸ ਭੋਗ ਤੇ ਤਾਂ ਹੀ ਬੋਲਣ ਦਾ ਮੌਕਾ ਮਿਲੂਗਾ ਜੇ ਕਾਂਗਰਸ ਪਾਰਟੀ ਜਿਉਂਦੀ ਰਹੂਗੀ ਪਿੰਦਰ ਜੀ। ਨਹੀਂ ਅਗਲੇ ਨੇ ਕਹਿਣਾ ਯਾਰ ਇਹ ਤਾਂ ਕਸੀ ਪਾਰਟੀ ਦਾ ਬੰਦਾ, ਛੱਡ ਪਰੇ ਦੂਜੇ ਨੂੰ ਬੁਲਾ। ਫਿਰ ਤੁਹਾਨੂੰ ਸ਼ਰਮ ਆਊਗੀ ਉੱਥੇ ਬੈਠਣ ਦੀ। ਅਸੀਂ ਗਏ ਸੀ, ਸਾਨੂੰ ਬੁਲਾਇਆ ਵੀ। ਬੁਲਾਉਂਦੇ ਲੋਕ ਤਾਂ ਹੈ ਜੇ ਤੁਹਾਡਾ ਟੋਟਪ ਹੈ। ਨਹੀਂ ਕੋਈ ਨਹੀਂ ਬੁਲਾਉਂਦਾ ਬਈ। ਪਾਰਟੀ ਤਗੜੀ ਰੱਖਣਗੇ ਬਈ, ਇਹ ਆਉਣ ਵਾਲੇ ਹੈ, ਇਹਨਾਂ ਨੂੰ ਨਾਲ ਰੱਖੋ। ਨਹੀਂ ਤਾਂ ਮੈਂ ਵੇਖਿਆ, ਮੈਂ ਜਦੋਂ ਕਿਧਰ ਵੀ ਪਹਿਲਾਂ ਜਾਂਦਾ ਸੀ ਮੈਂ ਬੈਠੀ ਜਾਂਦਾ ਸੀ, ਉਹ ਮੇਰਾ ਨਾਂ ਹੀ ਨਹੀਂ ਕੋਈ ਲੈਂਦਾ ਸੀ। ਗੱਲ ਬਣਾਉਣੀ ਪੈਂਦੀ। ਸੋ ਪਹਿਲਾਂ ਆਪਦੇ ਤੋਂ ਸ਼ੁਰੂ ਕਰੂੰਗਾ, ਕਿਉਂਕਿ ਮੈਨੂੰ ਪਾਰਟੀ ਨੇ ਬੜਾ ਕੁਛ ਦਿੱਤਾ। ਮੈਨੂੰ ਬੇਸ਼ੱਕ 3 ਮਹੀਨੇ ਮੰਤਰੀ ਰਿਹਾ, 3 ਮਹੀਨੇ ਕਿਹੜਾ ਬਈ ਥੋੜੇ ਆ। ਕਾਂਗਰਸ ਪਾਰਟੀ ਦੇ ਪਿੱਛੇ ਤੋਂ ਜੁੱਤੀਆਂ ਮੇਰੇ ਨਾਲ ਲੋਕਾਂ ਨੇ ਬਥੇਰੀਆਂ ਜ਼ਿਆਦਾ ਖਾਧੀਆਂ। ਆਪਾਂ 3 ਮਹੀਨੇ ਹੀ ਸਹੀ, ਪਾਰਟੀ ਦਾ ਇੰਨਾ ਹੀ ਧੰਨਵਾਦ ਹੈ। ਸਭ ਤੋਂ ਪਹਿਲਾਂ ਆਪਦੇ ਤੋਂ ਸ਼ੁਰੂ ਕਰਾਂਗੇ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਲੋਕ ਵੱਧ ਚੜ ਕੇ ਆਉਣ ਵਾਲੇ ਸਮੇਂ 'ਚ ਜੋ ਕਾਂਗਰਸ ਪਾਰਟੀ ਦਾ ਸੁਨੇਹਾ ਆਊਗਾ, ਸੰਗਠਨ ਨੂੰ ਮਜ਼ਬੂਤ ਕਰਕੇ, ਆਪਦੇ ਮਤਭੇਦ ਛੱਡ ਕੇ ਆਪਾਂ ਤਕੜੇ ਹੋਈਏ। ਕਈ ਵਾਰੀ ਇਹ ਵੀ ਗੱਲ ਹੈ, ਕੋਈ ਨਹੀਂ ਦੂਜੀਆਂ ਪਾਰਟੀਆਂ ਧੜੇ ਦੀਆਂ ਬੜੀਆਂ ਪੱਕੀਆਂ, ਆਪਾਂ ਨੂੰ ਲੱਗਦਾ ਰਹਿੰਦਾ ਵੀ ਫਲਾਣੇ ਨਾਲ ਆਪਣੀ ਲਿਆ ਜਾ, ਉਹਦੇ ਨਾਲ ਪਗਾ ਲਓ, ਉਹਦੇ ਨਾਲ ਪਗਾ ਲਓ। ਕੋਈ ਤੁਹਾਡੇ ਨਾਲ ਨਹੀਂ ਕਿਸੇ ਨੇ ਪਕਾਉਣੀ, ਤੁਸੀਂ ਆਪਦੇ ਆਪ ਨੂੰ ਕਮਜ਼ੋਰ ਕਰ ਲਓਗੇ। ਇਸ ਗੱਲ ਕਾਲੀਆਂ 'ਚ ਰਹਿਣ, ਆਮ ਆਦਮੀ ਪਾਰਟੀ ਵਾਲੇ ਆਮ 'ਚ ਰਹਿਣ, ਲੇਕਿਨ ਤੁਹਾਡੀ ਕਮਜ਼ੋਰੀ, ਤੁਹਾਡਾ ਧੜਾ ਜਦੋਂ ਅਸੀਂ 19 ਕਰਦੇ ਆ, ਉਹਦੇ ਨਾਲ ਆਪਾਂ ਵੀਕ ਹੁੰਦੇ ਆ। ਅਗਲੇ ਬੜੇ ਤੁਹਾਨੂੰ ਹੌਲੀ ਹੌਲੀ ਨੁਕਸਾਨ ਪਹੁੰਚਾ ਦੇਣਗੇ। ਕੋਈ ਬੰਦਾ ਕਹਿੰਦਾ ਮੇਰੀ ਤਾਂ ਮਲੋਟ ਵਾਲੇ ਨਾਲ, ਆਮ ਆਦਮੀ ਵਾਲੇ ਨਾਲ ਲਿਆ ਜਾ, ਕੋਈ ਕਹਿੰਦਾ ਮੇਰੀ ਲੰਬੀ ਵਾਲੇ ਨਾਲ ਲਿਆ ਜਾ।
ਕੋਈ ਕਹਿੰਦਾ ਮੇਰੀ ਫਲਾਣੇ ਮੁਕਤਸਰ ਵਾਲੇ ਨਾਲ ਲਿਹਾਜ਼ ਹੈ, ਐ ਲਿਹਾਜ਼ ਪਗਾਉਂਗੇ ਤਾਂ ਤੁਸੀਂ ਸਿਸਟਮ ਛੁਡਾਓਗੇ। ਰੱਜੇ ਪੁੱਜੇ ਅਗਲੇ ਐਵੇਂ ਨਾ ਇਧਰ ਉਧਰ ਨੂੰ ਵੇਖੋ। 92 ਸੀਟਾਂ ਜਿੱਤੇ, ਥੋੜੀ ਕੋਈ ਲੋੜ ਨਹੀਂ ਹੈ ਕਿਸੇ ਨੂੰ ਧੱਕੇ ਨਾ ਕਿਸੇ ਨਾਲ ਧਰੇ ਜਾਈਏ ਤਾਂ ਬੇਕਦਰਾ ਹੁੰਦਾ ਹੈ। ਇਹ ਐਵੇਂ ਭੁਲੇਖੇ ਹੈ, ਉਹਨਾਂ ਕੋਲ ਤਾਂ ਆਪਦੇ ਬੇਕਦਰੇ ਕੀਤੇ ਪਏ। ਅਮਨ ਅਰੋੜਾ, ਮਾਣੂਕੇ, ਬਲਜਿੰਦਰ ਕੌਰ ਆਪਦੇ ਨੂੰ ਐਡੀ ਕਹਿੰਦੇ ਹੁੰਦੇ ਸੀ, ਸਭ ਠੋਕੇ। ਮੈਂ ਤਾਂ ਵੇਖ ਲਿਆ ਕਾਂਗਰਸ ਪਾਰਟੀ ਦਾ 1000 ਗੁਣੀ ਚੰਗੀ ਪਾਰਟੀ। ਅਸੀਂ ਉੱਚੀ ਆਵਾਜ਼ 'ਚ ਗੱਲ ਕਰ ਸਕਦੇ ਹਾਂ, ਹਜੇ ਵੀ ਸਾਡੇ ਨਾਲ ਤਾਂ ਬੋਲਣ ਨਹੀਂ ਹਟਦੇ। ਖਹਿਰਾ ਤੇ ਚੀਮਾ ਦਾ ਉਦੋਂ ਮੁਕਾਬਲਾ ਨਹੀਂ ਹੁੰਦਾ ਸੀ ਆਪਸ ਵਿੱਚ। ਉਹਨਾਂ ਨੇ ਕਿਹਾ ਥੋੜਾ ਜਿਹਾ ਉਲਟ ਬੋਲਦਾ ਨਾ ਚੱਕ ਪਾਸੇ। ਲੋਕਾਂ ਨੇ ਇਹ ਕੀ ਕੀਤਾ ਯਾਰ, ਉਹ ਚੱਕ ਪਾਸੇ। ਡਿਸਪਲਿਨ ਤਾਂ ਹੀ ਹੋਣਾ ਚਾਹੀਦਾ। ਤੇ ਹੁਣ ਆਪਦੇ ਆਪ ਨੂੰ ਜਿਹੜੇ ਐਡੀ ਗੈਂਗ ਜਿਹੜੇ ਕਹਿੰਦੇ ਆਮ ਆਦਮੀ ਖੜੀ ਅਸੀਂ ਕੀਤੀ, ਉਹਨਾਂ ਨੂੰ ਕਿਸੇ ਨੂੰ ਨਹੀਂ ਪੁੱਛਿਆ ਵੀ। ਦੇਸੜ ਮੇਸੜ ਸਾਰੇ ਇੱਧਰ ਉੱਧਰ ਉਹ ਬਣਾਤੇ ਕਿਉਂਕਿ ਚੈਲੰਜ ਨਾ ਕਰ ਸਕੇ। ਮੈਨੂੰ ਤਾਂ ਇਹ ਵੀ ਕਿਸੇ ਨੇ ਦੱਸਿਆ ਕਿ ਭਗਵੰਤ ਮਾਨ ਸਾਹਿਬ ਦੇ ਜੇ ਕੋਈ ਅੱਗੇ 2 ਕਦਮ ਤੁਰ ਪਏ ਤਾਂ ਉਹ ਕਹਿੰਦਾ ਅੱਛਾ ਅੱਗੇ ਤੁਰਿਆ। ਮੈਨੂੰ ਇਹ ਦੱਸਿਆ ਵੀ 1 ਕਦਮ ਅੱਗੇ ਤੁਰਨਾ। ਕਾਂਗਰਸੀ ਤਾਂ ਮੇਰੇ ਵਰਗਾ ਪੀਸੀਸੀ ਦੇ ਪ੍ਰਧਾਨ ਨੂੰ ਲਿਦਰ ਦਾ ਤੁਰਿਆ ਜਾਂਦਾ ਕੋਈ ਹੁੰਦਾ ਹੈ, ਉਹ ਪੁੱਛਦਾ ਹੀ ਨਹੀਂ। ਸੋ ਬਹੁਤ ਬਿਹਤਰੀਨ ਪਾਰਟੀ ਹੈ ਸਾਡੀ, ਔਰ ਮਹਿੰਗਾਈ ਦੀ ਅਸੀਂ ਲੜਾਈ ਲੜਨੀ ਹੈ ਸਾਰਿਆਂ ਨੇ। ਔਰ ਉਮੀਦ ਕਰਦਾ ਤੁਸੀਂ ਸਾਰੇ ਤਕੜੇ ਹੋ ਕੇ ਆਪਾਂ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਜ਼ਾਲਮ ਸਰਕਾਰਾਂ ਦੇ ਖਿਲਾਫ ਲੜਾਈ ਲੜਦੇ ਰਹਾਂਗੇ। ਬਥੇਰੀਆਂ ਸਾਡੇ ਤੋਂ ਗਲਤੀਆਂ ਹੋਈਆਂ, ਬਥੇਰੀਆਂ ਦਿੱਕਤਾਂ ਪੈਦਾ ਕੀਤੀਆਂ ਸਾਡੇ ਲੋਕਾਂ ਨੇ, ਲੀਡਰ ਸਾਹਿਬਾਨਾਂ ਨੇ। ਅਸੀਂ ਅੱਜ ਉਹਨਾਂ ਗਲਤੀਆਂ ਦਾ ਖਮਿਆਜਾ ਭੁਗਤ ਰਹੇ, ਨਹੀਂ ਤਾਂ ਦੁਬਾਰਾ ਸੱਤਾ ਸਰਕਾਰ ਦੇ ਵਿੱਚ ਹੁੰਦੇ। ਲੇਕਿਨ ਉਹ ਕਿਹਨੇ ਕੀਤੀਆਂ ਉਹਦੀ ਇੱਕ ਰੂਪ ਰੇਖਾ, ਇਹ ਨਹੀਂ ਵੀ ਇੱਥੇ ਸਾਰੇ ਅੱਡ ਬੋਲੀ ਜਾਓ। ਉਹਦੀ ਰੂਪ ਰੇਖਾ ਪਾਰਟੀ ਦੇ ਵੱਡੇ ਲੀਡਰ ਆਪਦੇ ਲੈਵਲ ਤੇ ਸਮੀਖਿਆ ਕਰਨ ਤੇ ਉਹਨਾਂ ਦੇ ਵਿੱਚ ਸੁਧਾਰ ਲੈ ਕੇ ਆਉਣ। ਇਹ ਨਹੀਂ ਕਿ ਮੈਂ ਵੀ ਪਾਰਟੀ ਦੇ ਖਿਲਾਫ ਬੋਲੀ ਜਾਂ ਤੂੰ ਵੀ ਪਾਰਟੀ ਦੇ ਖਿਲਾਫ ਬੋਲੀ ਜਾਓ। ਕਮੀਆਂ ਸੀਗੀਆਂ 18 ਤੇ ਅਸੀਂ ਆਏ, ਪਰਮਾਤਮਾ ਕਿਰਪਾ ਕਰੇ। ਕੋਈ ਵੇਲਾ ਸੀ 14 ਤੇ ਆ ਗਏ ਸੀ, ਮੈਡਮ ਰਜਿੰਦਰ ਕੌਰ ਭੱਠਲ ਮੁੱਖ ਮੰਤਰੀ ਪੰਜਾਬ ਸੀ ਬਚਨ ਸਿੰਘ ਬਰਾੜ ਤੋਂ ਬਾਅਦ, ਤੇ 14 ਤੋਂ ਬਾਅਦ ਫਿਰ ਅਸੀਂ 80 ਸੀਟਾਂ ਤੇ ਆਏ। ਕੋਈ ਐਸੀ ਗੱਲ ਨਹੀਂ। ਅਗਰ ਆਮ ਆਦਮੀ ਪਾਰਟੀ 92 ਸੀਟਾਂ ਲੈ ਕੇ ਜਾ ਸਕਦੀ ਹੈ ਤੇ 2027 ਦੇ ਵਿੱਚ ਅਸੀਂ ਵੀ 100 ਸੀਟ ਲੈ ਕੇ ਆ ਸਕਦੇ ਹਾਂ, ਲੇਕਿਨ ਸੰਘਰਸ਼ ਕਰਨਾ ਪਵੇਗਾ। ਜਿਵੇਂ ਕਿ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਬੁਲਾਰਿਆਂ ਨੇ ਦੱਸਿਆ ਹੀ ਹੈ, ਇਹ ਗੱਲ ਅੱਜ ਦੀ ਨਹੀਂ, ਇਹ ਤੁਹਾਨੂੰ ਯਾਦ ਹੋਊਗਾ ਜਦੋਂ ਲੋਕਡਾਊਨ ਆਇਆ ਸੀ। 2 ਸਾਲ ਲੋਕਾਂ ਦਾ ਤਾਂ ਰੋਜ਼ਗਾਰ ਠੱਪ ਹੋ ਗਿਆ ਸੀ ਤੇ ਮੋਦੀ ਸਾਹਿਬ ਕੀ ਕਰ ਰਹੇ ਸੀ? ਤੁਹਾਨੂੰ ਯਾਦ ਹੋਊਗਾ ਲੋਕਾਂ ਦਾ ਰੋਜ਼ਗਾਰ ਬੰਦ ਹੋ ਗਿਆ ਸੀ ਤੇ ਮੋਦੀ ਸਾਹਿਬਾਨ ਨੇ ਉਦੋਂ ਵੀ ਪੈਟਰੋਲ ਦੀਆਂ ਕੀਮਤਾਂ ਵਧਾਈਆਂ ਸੀ। ਹਾਲਾਂਕਿ ਕੌਮਾਂਤਰੀ ਪੱਧਰ ਤੇ ਪੈਟਰੋਲ ਦੀਆਂ ਕੀਮਤਾਂ ਘਟੀਆਂ ਸੀ, ਇਹਨਾਂ ਨੇ ਵਧਾਈਆਂ ਸੀ। ਪੈਟਰੋਲ ਦੀਆਂ ਕੀਮਤਾਂ ਕਿਸੇ ਵੀ ਦੇਸ਼ ਦੇ ਵਿੱਚ ਉਦੋਂ ਵਧਦੀਆਂ ਹੁੰਦੀਆਂ ਜਦੋਂ ਕੌਮਾਂਤਰੀ ਪੱਧਰ ਦੇ ਉੱਤੇ ਤੇਲ ਦੀ ਕੀਮਤ ਵਧਦੀ ਹੈ। ਜੇ ਕੌਮਾਂਤਰੀ ਪੱਧਰ ਤੇ ਕੱਚੇ ਤੇਲ ਦੀ ਕੀਮਤ ਵਧਦੀ ਹੈ ਤਾਂ ਦੇਸ਼ ਦੇ ਵਿੱਚ ਵੀ ਵਧੂਗੀ, ਜੇ ਉੱਥੇ ਘਟਦੀ ਹੈ ਤਾਂ ਦੇਸ਼ ਦੇ ਵਿੱਚ ਵੀ ਘਟੂਗੀ। ਪਰ ਮੋਦੀ ਸਾਹਿਬਾਨ ਨੇ ਕੀ ਕੀਤਾ? ਚਾਹੇ ਤੁਸੀਂ 2010 ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਤੇ 2014 ਦੇ ਵਿੱਚ ਪੈਟਰੋਲ ਤੇ ਡੀਜ਼ਲ ਦੋਨੇ ਕੀਮਤਾਂ ਦੇਖ ਲਓ, ਉਹ ਕੌਮਾਂਤਰੀ ਪੱਧਰ ਤੇ ਘਟੀਆਂ ਸੀ, ਹੁਣ ਵੀ ਘਟੀਆਂ। ਤੇ ਪਰ ਮੋਦੀ ਸਾਹਿਬ ਨੇ ਉਹਨਾਂ ਨੇ ਕੀ ਕੀਤਾ? ਤੇਲ ਦੀਆਂ ਕੀਮਤਾਂ ਵਧਾ ਦਿੱਤੀਆਂ, ਜਿਹੜੀਆਂ ਕਿ ਪ੍ਰਤੀ ਦਿਨ ਵਧ ਰਹੀਆਂ। 21 ਮਾਰਚ ਤੋਂ ਬਾਅਦ 12 ਦਿਨਾਂ ਦੇ ਵਿੱਚ 10 ਵਾਰੀ ਪੈਟਰੋਲ ਦੀਆਂ ਕੀਮਤਾਂ ਵਧੀਆਂ 80 ਪੈਸੇ। ਇਹ ਕਦੇ ਹੋਇਆ? 12 ਦਿਨਾਂ ਦੇ ਵਿੱਚ 10 ਵਾਰੀ 80 ਪੈਸੇ ਕੀਮਤਾਂ ਵਧੀਆਂ ਪੈਟਰੋਲ ਦੀਆਂ। ਜਦੋਂ ਕੌਮਾਂਤਰੀ ਪੱਧਰ ਤੇ ਤੇਲ ਦੀ ਕੀਮਤ ਵਧਦੀ ਹੈ ਤਾਂ ਇੱਥੇ ਲੋਕਾਂ ਦੇ ਵਾਧੂ ਬੋਝ ਪਾਇਆ ਜਾਂਦਾ ਹੈ। ਜਦੋਂ ਘਟਦੀ ਹੈ ਤਾਂ ਦੇਸ਼ ਦੇ ਵਿੱਚ ਕੀ ਕੀਤਾ ਜਾਂਦਾ? ਟੈਕਸ ਲਾ ਦਿੰਦੇ ਐਕਸਟਰਾ। ਮੋਦੀ ਸਾਹਿਬ ਨੇ ਟੈਕਸ ਲਾਇਆ ਵੀ ਤੇਲ ਦੀ ਕੀਮਤ ਇੱਥੇ ਨਾ ਵਧੇ, ਮਤਲਬ ਲੋਕਾਂ ਨੂੰ ਇੰਨਾ ਤੰਗ ਕੀਤਾ ਜਾ ਰਿਹਾ। ਇਹ ਗੱਲਾਂ ਪੈਟਰੋਲ, ਸਿਲੰਡਰ, LPG ਇਹੀ ਨਹੀਂ, ਹੋਰ ਵੀ ਮਹਿੰਗਾਈ ਦੀਆਂ ਦਰਾਂ ਵਧਾਈਆਂ, ਹਾਲੇ ਹੋਰ ਵੀ ਵਧਣਗੀਆਂ। ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਇਹ ਰੂਸ ਤੇ ਯੂਕਰੇਨ ਦਾ ਜਿਹੜਾ ਯੁੱਧ ਹੋਇਆ ਸੀਗਾ, ਉਹਦੇ ਕਰਕੇ ਕੌਮਾਂਤਰੀ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਹੋਰ ਜ਼ਿਆਦਾ ਵਧ ਗਈਆਂ।
ਉਹ ਹੁਣ ਹੋਰ ਮਹਿੰਗਾਈ ਦੀ ਮਾਰ ਪਊਗੀ। ਬਜਾਏ ਇਸ ਦੇ ਕਿ ਮੋਦੀ ਸਾਹਿਬ ਸੋਚਦੇ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਕਿਵੇਂ ਸੁਖੀ ਕਰਨਾ ਹੈ, ਦੇਸ਼ ਦੇ ਲੋਕਾਂ ਨੂੰ ਕਿਵੇਂ ਸੁਖੀ ਕਰਨਾ ਹੈ, ਉਲਟਾ ਉਹਨਾਂ ਨੇ ਤੰਗ ਕਰ ਲਿਆ। ਸੋ ਤੁਸੀਂ ਸਾਡੇ ਤੋਂ ਮੋਦੀ ਸਾਹਿਬ ਬਦਲਾ ਲੈ ਰਹੇ ਹੋ, ਕਿਉਂਕਿ ਅਸੀਂ ਭਾਰਤ ਦੇਸ਼ ਦੇ ਵਾਸੀ ਹਾਂ, ਸਾਡੇ ਤੋਂ ਬਦਲਾ ਲਿਆ ਜਾ ਰਿਹਾ। ਔਰ ਸਾਡੇ ਪੰਜਾਬ ਸੂਬੇ ਦੇ ਦੇਖ ਲਓ ਮੁੱਖ ਮੰਤਰੀ ਸਾਹਿਬ ਤੇ ਸਾਡੇ ਕੇਜਰੀਵਾਲ ਸਾਹਿਬਾਨ, ਇਹਨਾਂ ਨੂੰ ਪ੍ਰਧਾਨ ਮੰਤਰੀ ਬਣਨ ਦੀ ਲੱਗੀ ਹੋਈ ਹੈ। ਇੱਥੋਂ ਖਾਲੀ ਕਰਕੇ ਸਾਡੇ ਪੰਜਾਬ ਦੇ ਸੂਬੇ ਦੇ ਲੋਕਾਂ ਨੂੰ, ਜਿਨ੍ਹਾਂ ਨੇ ਤੁਹਾਨੂੰ ਬਹੁਮਤ ਦੇ ਨਾਲ ਜਿਤਾਇਆ, ਉਹਨਾਂ ਨੂੰ ਤੁਸੀਂ ਲਵਾਰਿਸ ਛੱਡ ਕੇ ਗੁਜਰਾਤ ਗਏ ਹੋਏ ਹੋ, ਮਹਾਤਮਾ ਗਾਂਧੀ ਜੀ ਦਾ ਚਰਖਾ ਚਲਾ ਰਹੇ ਹੋ ਉੱਥੇ ਜਾ ਕੇ। ਆ ਚੰਡੀਗੜ੍ਹ ਦਾ ਮਸਲਾ ਦੇਖ ਲਓ। ਪਹਿਲੀ ਗੱਲ ਆਪਾਂ ਉਹਨੇ ਚੰਡੀਗੜ੍ਹ ਦੇ ਮਸਲੇ ਦੇ ਉੱਤੇ ਇਹ ਕਹਿੰਦੇ ਜੀ 70 ਸਾਲਾਂ 'ਚ ਉਹ ਨਹੀਂ ਹੋਇਆ, ਅਸੀਂ ਤੁਹਾਨੂੰ ਹੁਣ ਕਰਕੇ ਦਿਖਾਵਾਂਗੇ। ਬਾਕੀ ਮੈਂ ਤਾਂ ਕਹਿੰਦੀ ਸਹੀ ਗੱਲ ਹੈ, 70 ਸਾਲਾਂ ਦੇ ਵਿੱਚ ਕਦੇ ਕਿਸੇ ਨੇ ਦੇਖਿਆ ਰਾਜ ਸਭਾ ਦੇ ਮੈਂਬਰ ਬਾਹਰੋਂ ਗਏ ਹੋਣ, ਪੰਜਾਬ 'ਚੋਂ ਨਾ ਗਏ ਹੋਣ? 70 ਸਾਲਾਂ ਦੇ ਵਿੱਚ ਕਦੇ ਚੰਡੀਗੜ੍ਹ ਸਾਡੇ ਤੋਂ ਖੁੱਸਿਆ ਸੀਗਾ? ਤੇ ਤੁਸੀਂ 1 ਮਹੀਨੇ ਦੇ ਵਿੱਚ ਹੀ ਪੰਜਾਬ ਦਾ ਜਲੂਸ ਕੱਢ ਕੇ ਰੱਖਤਾ ਪੂਰੇ ਦੇਸ਼ ਦੇ ਵਿੱਚ। ਇਹ ਕਦੇ ਹੋਇਆ ਵੀ ਦੇਸ਼ ਦਾ ਗ੍ਰਹਿ ਮੰਤਰੀ ਪੰਜਾਬ ਦੇ ਵਿੱਚ ਆਇਆ ਹੋਵੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਦੋਂ ਪਤਾ ਹੀ ਨਹੀਂ ਚੱਲਿਆ? ਤੁਸੀਂ ਬਾਅਦ ਦੇ ਵਿੱਚ ਲੋਕਾਂ ਨੂੰ ਦਿਖਾਉਣ ਲਈ ਇੱਕ ਰੋਜ਼ਾ ਵਿਧਾਨ ਸਭਾ ਦਾ ਸੈਸ਼ਨ ਕਰ ਰਹੇ ਹੋ ਵੀ ਦੇਖੋ ਜੀ ਅਸੀਂ ਵਿਰੋਧ ਕੀਤਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਕੇਂਦਰ ਤੇ ਸਰਵਿਸ ਰੂਲ ਲਾਗੂ ਹੋ ਗਏ, ਅਸੀਂ ਵਿਰੋਧ ਕਰ ਰਹੇ ਹਾਂ। ਲੋਕਾਂ ਨੂੰ ਦਿਖਾਉਣ ਲਈ ਤੁਸੀਂ ਇੱਕ ਦਿਨ ਦਾ ਸੈਸ਼ਨ ਰੱਖ ਲਿਆ ਤੇ ਤੁਸੀਂ ਜੋ ਤੁਹਾਨੂੰ ਪਤਾ ਨਹੀਂ ਸੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਆਏ ਚੰਡੀਗੜ੍ਹ ਦੇ ਵਿੱਚ, ਤੁਹਾਡੇ 92 ਐਮਐਲਏ ਕੀ ਕਰਦੇ ਸੀ ਤੇ ਮੁੱਖ ਮੰਤਰੀ ਸਾਹਿਬ ਕੀ ਕਰਦੇ ਸੀ? ਜਦੋਂ ਚੰਡੀਗੜ੍ਹ ਦੇ ਵਿੱਚ ਅਮਿਤ ਸ਼ਾਹ ਪਹੁੰਚੇ ਸੀ ਤੁਸੀਂ ਉੱਥੇ ਹੀ ਧਰਨੇ ਲਾ ਕੇ ਬੈਠਣਾ ਸੀ, ਉਹਨਾਂ ਦੇ ਬਾਰ ਮੂਹਰੇ ਜਿੱਥੇ ਗਏ ਸੀ, ਜਿੱਥੇ ਉਹ ਮੀਡੀਆ ਦੇ ਵਿੱਚ ਸੰਬੋਧਨ ਕਰ ਰਹੇ ਸੀ, ਉਦੋਂ ਹੀ ਤੁਸੀਂ ਉੱਥੇ ਵਿਰੋਧ ਕਰਨਾ ਸੀਗਾ। ਔਰ ਉਹਨਾਂ ਨੇ ਅਨਾਉਂਸ ਕਰਕੇ ਚਲੇ ਗਏ ਕਿ ਚੰਡੀਗੜ੍ਹ ਦੇ ਵਿੱਚ ਕੇਂਦਰ ਦੇ ਰੂਲ ਲਾਗੂ ਹੋਣਗੇ, ਪੰਜਾਬ ਦੇ ਸਰਵਿਸ ਰੂਲ ਨਹੀਂ ਲਾਗੂ ਹੋਣਗੇ। ਤੇ ਹੁਣ ਜਦੋਂ ਹੋ ਹੀ ਗਿਆ ਤੇ ਬਾਅਦ ਚ ਵਿਧਾਨ ਸਭਾ ਸੈਸ਼ਨ ਬੁਲਾਉਣ ਦਾ ਕੀ ਫਾਇਦਾ? ਕੀ ਫਾਇਦਾ? ਚੰਡੀਗੜ੍ਹ ਅਸੀਂ ਕਿਵੇਂ ਲਿਆ ਸੀ? ਦੇਖੋ 1947 ਦੇ ਬਾਅਦ ਸਾਨੂੰ ਸਾਰਿਆਂ ਨੂੰ ਪਤਾ ਹੈ ਕਿੰਨਾ ਅਸੀਂ ਸੰਤਾਪ ਹੰਢਾਇਆ ਹੈ, ਕਿੰਨੇ ਸਾਡੇ ਪੰਜਾਬੀ ਲੋਕ ਮਰੇ ਨੇ, 10 ਲੱਖ ਦੇ ਕਰੀਬ, ਇਸ ਤੋਂ ਜ਼ਿਆਦਾ ਹੀ ਹੋਊਗੀ ਗਿਣਤੀ। ਤੇ ਮਸਾ ਸਾਨੂੰ ਲਾਹੌਰ ਦੇ ਰੂਪ ਦੇ ਵਿੱਚ ਚੰਡੀਗੜ੍ਹ ਮਿਲਿਆ ਸੀ ਕਿ ਚਲੋ ਸਾਡਾ ਕੋਈ ਤਾਂ ਕੇਂਦਰ ਬਣਿਆ। ਹਾਲਾਂਕਿ ਤੁਹਾਨੂੰ ਇੱਕ ਗੱਲ ਦੱਸਾਂ, ਹਰਿਆਣੇ ਨੇ ਚੰਡੀਗੜ੍ਹ ਦੀ ਡਿਮਾਂਡ ਹੀ ਨਹੀਂ ਕੀਤੀ ਸੀ, ਹਰਿਆਣੇ ਨੇ ਮੰਗਿਆ ਨਹੀਂ ਸੀ ਚੰਡੀਗੜ੍ਹ, ਪਰ ਫਿਰ ਵੀ ਕੇਂਦਰ ਨੇ ਦੇਖੋ ਕਿੰਨੀ ਵੱਡੀ ਸਾਜ਼ਿਸ਼ ਰਚੀ ਹੈ। ਹਰਿਆਣੇ ਦੇ ਰੂਪ ਦੇ ਵਿੱਚ ਹਰਿਆਣਾ ਵੀ ਅੱਧਾ ਚੰਡੀਗੜ੍ਹ ਨੂੰ ਦੇ ਕੇ ਘੁਸਪੈਠ ਕੀਤੀ ਹੈ ਕੇਂਦਰ ਨੇ। ਜਦੋਂ ਜੰਮੂ ਕਸ਼ਮੀਰ ਦੇ ਵਿੱਚ ਆ ਧਾਰਾ 370 ਲਾਈ ਸੀ, ਉਦੋਂ ਕੇਜਰੀਵਾਲ ਜੀ ਹੱਕ ਚ ਭੁਗਤੇ ਵੀ ਹਾਂ ਜੰਮੂ ਕਸ਼ਮੀਰ ਦੇ ਵਿੱਚ ਯੂਨੀਅਨ ਦਾ ਰੂਲ ਹੋਣਾ ਚਾਹੀਦਾ ਤੇ ਅੱਜ ਚੰਡੀਗੜ੍ਹ ਦੇ ਵਿੱਚ ਯੂਨੀਅਨ ਦਾ ਕੇਂਦਰ ਦਾ ਰੂਲ ਲੱਗ ਰਿਹਾ ਤੇ ਅੱਜ ਤੁਸੀਂ ਬੋਲੇ ਵੀ ਨਹੀਂ। ਜੰਮੂ ਕਸ਼ਮੀਰ ਲਈ ਤੁਸੀਂ ਮੋਦੀ ਦਾ ਸਾਥ ਦਿੱਤਾ, ਬੀਜੇਪੀ ਦਾ ਸਾਥ ਦਿੱਤਾ, ਕੇਜਰੀਵਾਲ ਸਾਹਿਬ, ਤੇ ਅੱਜ ਤੁਹਾਡੇ ਤੋਂ ਬੋਲਿਆ ਨਹੀਂ ਗਿਆ। ਕਿੰਨੇ ਸੰਘਰਸ਼ ਤੋਂ ਬਾਅਦ ਸਾਨੂੰ ਚੰਡੀਗੜ੍ਹ ਮਿਲਿਆ ਸੀ ਤੇ ਤੁਸੀਂ ਬਾਕੀ 70 ਸਾਲਾਂ 'ਚ ਜੋ ਨਹੀਂ ਹੋਇਆ ਤੁਸੀਂ ਮਹੀਨੇ 'ਚ ਕਰਕੇ ਦਿਖਾਤਾ। ਤੁਸੀਂ ਸਾਡਾ ਚੰਡੀਗੜ੍ਹ ਸਾਡੇ ਹੱਥੋਂ ਚਲਾ ਗਿਆ ਔਰ 70 ਸਾਲਾਂ ਦੇ ਵਿੱਚ ਇਹ ਹੋਇਆ ਨਹੀਂ ਸੀ ਕਿ ਪੰਜਾਬ ਤੋਂ ਬਾਹਰ ਕੋਈ ਰਾਜ ਸਭਾ ਦਾ ਮੈਂਬਰ ਬਣ ਜਾਂਦਾ। ਔਰ ਦੇਖੋ ਜੇ ਸਬੂਤ ਆਵੇ ਨਾ ਲੋਕ ਮੰਨਦੇ ਆ, ਉਦੋਂ ਹੀ ਮੰਨਦੇ ਆ। ਔਰ ਲੋਕਾਂ ਦੇ ਸਾਹਮਣੇ ਸਬੂਤ ਆ ਗਿਆ ਕਿ ਆਮ ਆਦਮੀ ਪਾਰਟੀ ਵਾਕਈ ਬੀਜੇਪੀ ਦੀ ਬੀ ਟੀਮ ਹੈ, ਬੀਜੇਪੀ ਦੀ। ਹੁਣ ਹਰਭਜਨ ਸਿੰਘ ਹੈ, ਜਦੋਂ ਕਿਸਾਨ ਸਾਡੇ 700 ਕਿਸਾਨ ਮਰਿਆ ਦਿੱਲੀ ਦੇ ਵਿੱਚ, ਉਹ ਤੁਸੀਂ ਬੋਲੇ ਨਹੀਂ। ਤੁਸੀਂ ਕਿਸਾਨੀ ਅੰਦੋਲਨ ਲੈ ਕੇ ਆਏ ਨੇ, ਕਿਸਾਨੀ ਸੰਘਰਸ਼ ਦੇ ਲੈ ਕੇ ਆਏ ਨੇ, ਰੂਲ ਲੈ ਕੇ ਆਏ ਸੀਗੇ, ਤੁਸੀਂ ਉਹਦੇ ਕਾਨੂੰਨ ਲੈ ਕੇ ਆਏ ਨੇ, ਪੱਖ ਦੇ ਵਿੱਚ ਬੋਲੇ ਹੋ। ਤੁਸੀਂ ਬੀਜੇਪੀ ਦੀ ਬੋਲੀ ਬੋਲਦੇ ਸੀ, 700 ਸਾਡੇ ਕਿਸਾਨ ਮਰ ਗਿਆ ਤੇ ਤੁਹਾਨੂੰ ਲੱਗਦਾ ਵੀ ਹਰਭਜਨ ਸਿੰਘ ਉੱਥੇ ਰਾਜ ਸਭਾ ਦੇ ਵਿੱਚ ਪੰਜਾਬ ਦੇ ਮੁੱਦੇ ਬੋਲੂਗਾ, ਕਿਸਾਨੀ ਦੇ ਮੁੱਦੇ ਬੋਲੂਗਾ? ਆ ਦੂਸਰਾ ਇੱਕ ਛੱਤੀਸਗੜ੍ਹ ਤੋਂ ਹੈ, ਇੱਕ ਬੰਦਾ ਦਿੱਲੀ ਤੋਂ ਹੈ ਔਰ ਜਿਹੜੇ ਦੋ ਹੋਰ ਹੈ ਉਹ ਵੀ ਇੱਕ ਰਾਜਸਥਾਨ ਰਹਿ ਰਿਹਾ, ਇੱਕ ਹਰਿਆਣੇ ਦਾ ਵਸਨੀਕ ਹੈ। ਔਰ ਹਰਭਜਨ ਸਿੰਘ ਜੀ ਬੰਬੇ ਰਹਿੰਦੇ ਆ, ਮੁੰਬਈ। ਉਹ ਤੁਹਾਨੂੰ ਲੱਗਦਾ ਵੀ ਆਪਣੇ ਮੁੱਦੇ ਚੁੱਕਣਗੇ? ਬਾਕੀ ਜਿਹੜਾ 70 ਸਾਲਾਂ 'ਚ ਨਹੀਂ ਹੋਇਆ, ਤੁਸੀਂ 1 ਮਹੀਨੇ ਤੁਸੀਂ ਜਲੂਸ ਕੱਢਦਾ ਸਾਡੇ ਪੰਜਾਬ ਦਾ। ਸਾਡਾ ਇੰਨਾ ਖੁਸ਼ਹਾਲ ਪੰਜਾਬ, ਸਾਡੇ ਇੰਨਾ ਹਰਿਆਵਲ ਭਰਿਆ ਪੰਜਾਬ, ਸਾਡਾ ਇੰਨਾ ਖੁਸ਼ੀ ਭਰਿਆ ਪੰਜਾਬ, ਤੁਸੀਂ 1 ਮਹੀਨੇ ਦੇ ਵਿੱਚ ਤਹਿਸ-ਨਹਿਸ ਕਰਤਾ। ਲੋਕ ਵੀ ਬੋਲਣ ਲੱਗ ਗਏ। ਭਗਵੰਤ ਮਾਨ ਜੀ ਨੇ ਕੀ ਕਿਹਾ ਸੀਗਾ, ਆ ਜਿਹੜੇ ਬਠਿੰਡੇ ਤੋਂ ਚੰਡੀਗੜ੍ਹ ਤੱਕ ਟੋਲ ਪਲਾਜ਼ੇ ਮੈਂ ਸਾਰੇ ਚੁਕਾ ਦੂੰਗਾ
ਹੋਊਗਾ ਜੋ ਮੇਰੀ ਸਰਕਾਰ ਆਈ। ਚੁਕਾਉਣੇ ਦਾ ਕੀ ਸੀ? ਹੁਣ ਇਹ ਤਾਂ ਕੋਈ ਵਿਰੋਧੀ ਪਾਰਟੀ ਨਹੀਂ ਨਾ ਬੋਲ ਰਹੀ। ਤੁਸੀਂ ਕੱਲ ਵੀ ਵੀਡੀਓ ਦੇਖੀ ਹੋਣੀ ਹੈ, ਲੋਕ ਖੁਦ ਬੋਲ ਰਹੇ ਟੋਲ ਪਲਾਜ਼ਾ ਦੇ ਉੱਤੇ ਟੋਲ ਦੇ ਰੇਟ ਵੀ ਵਧਾਏ ਆ, ਪੰਜਾਬ ਸਰਕਾਰ ਨੇ ਵਧਾਏ ਆ ਟੋਲ ਦੇ ਰੇਟ। ਤੁਸੀਂ ਚੁਕਾਉਣੇ ਦਾ ਕੀ ਸੀ? ਤੁਸੀਂ ਟੋਲ ਦੇ ਰੇਟ ਵੀ ਵਧਾਤੇ। ਲੋਕ ਖੁਦ ਕਹਿ ਰਹੇ ਕਿ ਸਾਨੂੰ ਲੱਗਿਆ ਅਸੀਂ ਤਾਂ ਲੈ ਕੇ ਆਏ ਸੀ ਆਮ ਆਦਮੀ ਪਾਰਟੀ ਵੀ ਕੁਝ ਅੱਛਾ ਕਰੂਗੀ, ਵਧੀਆ ਕਰੂਗੀ, ਸਾਨੂੰ ਸਸਤਾ ਮਿਲੂਗਾ, ਉਲਟਾ ਇਹਨਾਂ ਨੇ ਤਾਂ ਮਹਿੰਗਾ ਕਰਤਾ। ਫਿਰ ਭਗਵੰਤ ਮਾਨ ਜੀ ਨੇ ਕੀ ਕਿਹਾ ਸੀ ਕਿ ਜਦੋਂ ਮੇਰੀ ਸਰਕਾਰ ਆ ਗਈ ਇਤਿਹਾਸ 'ਚ ਪਹਿਲੀ ਵਾਰੀ ਹੋਊਗਾ ਕਿ ਕੋਈ ਧਰਨਾ ਨਹੀਂ ਲੱਗੂਗਾ। ਮੈਂ ਕਹਿੰਦੀ ਆ ਤੁਹਾਡੇ ਤੇ ਲਾਹਨਤ ਹੈ। ਇਤਿਹਾਸ 'ਚ ਪਹਿਲੀ ਵਾਰੀ ਹੋਇਆ ਜਦੋਂ ਕਿਸੇ ਸਰਕਾਰ ਨੇ ਹਜੇ ਸਹੁੰ ਚੱਕੀ ਹੈ। ਇੱਕ ਪਾਸੇ ਭਗਵੰਤ ਮਾਨ ਜੀ ਸਹੁੰ ਚੱਕ ਰਹੇ ਸੀ, ਦੂਜੇ ਪਾਸੇ ਮੁਲਾਜ਼ਮ ਧਰਨਾ ਲਾ ਰਹੇ ਸੀ। ਪਹਿਲੀ ਵਾਰੀ ਹੋਇਆ ਇਤਿਹਾਸ 'ਚ, ਪਹਿਲੇ ਦਿਨ ਧਰਨਾ ਲੱਗਿਆ ਸਹੁੰ ਚੱਕਦੇ ਹੋਏ। ਇੰਨੀ ਮਾੜੀ ਸਰਕਾਰ ਪਹਿਲੀ ਵਾਰੀ ਫੇਲ ਹੋ ਗਈ। ਦੂਜਾ ਕੀ ਕਿਹਾ ਸੀ ਇਹਨਾਂ ਨੇ? ਸਾਡੀ ਅਰਵਿੰਦ ਕੇਜਰੀਵਾਲ ਜੀ ਨੇ ਬੋਲਿਆ ਸੀ ਕਿ ਸਾਡੀ ਸਰਕਾਰ ਆਉਂਦੀ ਹੈ ਅਸੀਂ ਪਹਿਲੀ ਗਰੰਟੀ ਪਹਿਲੇ ਦਿਨ ਹੀ ਆਉਂਦੇ ਸਾਰ 300 ਯੂਨਿਟ ਮੁਫਤ ਦੇ ਦਾਂਗੇ। ਦੇਣੀ ਤਾਂ ਕੀ ਸੀਗੀ? ਬਿਜਲੀ ਦੇ ਉਲਟਾ ਰੇਟ ਵਧਾਤੇ। ਆ ਬਿਜਲੀ ਦਾ ਰੇਟ ਵਧਾਈ ਆ, ਹੁਣ ਸਾਰਿਆਂ ਨੂੰ ਹੀ ਪਤਾ ਜਿਹੜੀ 3 ਰੁਪਏ ਸੀ ਉਹ 5 ਰੁਪਏ ਕਰਤੀ, ਜਿਹੜੀ 5 ਰੁਪਏ ਸੀ ਉਹ 7 ਰੁਪਏ ਕਰਤੀ। ਕਿੰਨੀਆਂ ਦਰਾਂ ਵਧਾਤੀਆਂ ਤੁਸੀਂ? ਆਹ ਲੋਕਾਂ ਨੂੰ ਸਹੂਲਤ ਦਿੱਤੀ ਹੈ। ਇਹ ਬਦਲਾਵ ਲੈ ਕੇ ਆਏ ਹੋ। 1 ਮਹੀਨੇ ਦੇ ਵਿੱਚ ਸਾਡੇ 2 ਵਰਕਰ ਤੁਸੀਂ ਮਾਰੇ ਆ, ਕਾਂਗਰਸ ਦੇ 2 ਵਰਕਰ 1 ਮਹੀਨੇ ਦੇ ਵਿੱਚ। ਤੁਸੀਂ ਯਾਦ ਰੱਖਿਓ, ਜੇ ਤੁਸੀਂ ਕਹਿੰਦੇ ਹੋ ਸਰਕਾਰ ਹੁੰਦੀ ਹੈ ਤਾਂ ਕਾਨੂੰਨ ਵੀ ਕਾਨੂੰਨ ਹੁੰਦਾ ਹੈ ਤੇ ਕਾਨੂੰਨ ਦੀ ਨਿਗਾਹ 'ਚ ਸਾਰੇ ਬਰਾਬਰ ਹੁੰਦੇ ਆ ਤੇ ਤੁਸੀਂ ਵੀ ਉੱਥੇ ਹੀ ਆਉਣਾ, ਉਸੇ ਕਚਹਿਰੀ ਦੇ ਵਿੱਚ ਆਉਣਾ ਹੈਗਾ। ਤੇ ਇਹਦੇ ਕਰਕੇ ਇਹਨਾਂ ਨੂੰ ਚਾਮਲ ਲੈਣੀ ਚਾਹੀਦਾ ਕਿਉਂਕਿ ਲੋਕ ਹੈ ਇਹ। ਲੋਕ ਦੇਖਦੇ ਕਿ ਕੀ ਕਰਦੇ ਆ, ਨਹੀਂ ਤਾਂ ਲੋਕ ਜਿਹੜੇ ਲਿਆਉਣ ਵਾਲੇ ਆ ਉਹ ਤੁਹਾਨੂੰ ਥੱਲੇ ਵੀ ਬਿਠਾ ਦੇਣਗੇ। ਸੋਚ ਸਮਝ ਕੇ ਚੱਲਣਾ ਚਾਹੀਦਾ ਹੈ। ਆ ਕਦੇ ਹੋਇਆ ਸੀ ਕੋਈ ਐਮਐਲਏ ਆ ਟਰੱਕ ਯੂਨੀਅਨ ਦਾ ਕਬਜ਼ਾ ਲੈਣ ਲਈ ਆਪ ਗਿਆ ਹੋਵੇ? ਕਦੇ ਗਿਆ? ਇਹ ਕੋਈ ਐਮਐਲਏ ਦੇ ਲੈਵਲ ਦਾ ਕੰਮ ਹੈ? ਤੁਸੀਂ ਖੁਦ ਜਾਈ ਜਾਂਦੇ ਹੋ, ਗੇਟ ਤੋੜ ਕੇ ਤੁਸੀਂ ਡਾਂਗਾ ਚਲਾਈ ਜਾਂਦੇ ਹੋ, ਤੁਸੀਂ ਬੱਟੇ ਚਲਾਈ ਜਾਂਦੇ ਹੋ। ਆਹ ਹਾਲ ਕੀਤਾ ਤੁਸੀਂ। ਆਹ ਹੁਣ ਕੱਲ ਪਰਸੋਂ ਦੇਖੋ ਮੁਲਾਜ਼ਮਾਂ ਨੇ ਧਰਨਾ ਲਾਇਆ, ਆਂਗਣਵਾੜੀ ਵਰਕਰ ਲਾਈ ਬੈਠੀ ਹੈ, ਕਿਸਾਨਾਂ ਨੇ ਲਾਇਆ। ਤੁਸੀਂ ਕਿਹਾ ਸਾਡੇ ਰਾਜ 'ਚ ਧਰਨਾ ਨਹੀਂ ਲੱਗਣਾ। ਤੁਸੀਂ ਧਰਨਾ ਵੀ, ਤੁਹਾਡੇ ਰਾਜ 'ਚ ਧਰਨਾ ਵੀ ਲੱਗਿਆ, ਤੁਸੀਂ ਸਾਡੇ ਲੰਬੀ ਬੈਠੇ ਆ ਕਿਸਾਨ, ਉਹਨਾਂ ਦੇ ਡਾਂਗਾ ਵੀ ਵਰਾਈਆਂ। ਚਲੋ ਤੁਹਾਡੇ ਜੇ ਕੇਂਦਰ ਕਰਦੀ ਹੈ, ਤੁਹਾਡੇ ਕੋਲੇ ਕੁਝ ਨਹੀਂ। ਇੱਕ ਚੀਜ਼ ਹੈਗੀ ਹੈ ਕਿਸਾਨੀ ਨਾਲ ਰਿਲੇਟਡ ਤੁਹਾਡੇ ਕੋਲੇ, ਜਿਹੜਾ ਖੇਤੀ ਦਾ ਡੀਜ਼ਲ ਹੈ ਤੁਸੀਂ ਉਹ ਟੈਕਸ ਮੁਕਤ ਕਰ ਦਿਓ। ਨਾ ਲਾਓ ਪੰਜਾਬ ਜਿਹੜਾ ਕਰ ਲਾਉਂਦੀ ਹੈ ਖੇਤੀ ਦਾ ਡੀਜ਼ਲ ਤੇ ਨਾ ਲਾਓ। ਇੰਨੀ ਕੁ ਸਹੂਲਤ ਦੇ ਦਿਓ, ਇਹ ਤਾਂ ਤੁਹਾਡੇ ਹਿੱਸੇ ਹੈ, ਤੁਹਾਡੇ ਕੋਲੇ ਹੈ ਤਾਂ ਤੁਸੀਂ ਕਰ ਸਕਦੇ ਹੋ, ਪਰ ਨਹੀਂ ਕਰਨਾ। ਹੁਣ ਕੀ ਕਰਦੇ ਹੋ? 92 ਬੈਠੇ ਤੇ ਮੁੱਖ ਮੰਤਰੀ ਸਾਹਿਬ ਆਪ ਤਾਂ ਗੁਜਰਾਤ ਫਿਰਦੇ ਚਰਖਾ ਚਲਾ ਰਹੇ ਨੇ। ਕੇਜਰੀਵਾਲ ਜੀ ਵੀ ਉੱਥੇ ਪਹੁੰਚੇ ਹੋਏ ਆ। ਪ੍ਰਧਾਨ ਮੰਤਰੀ ਬਣਨਾ ਹੈ ਬਸ। ਹੁਣ ਲੋਕਾਂ ਨੂੰ ਇਹਨਾਂ ਦੀ ਮਨਸ਼ਾ ਕਲੀਅਰ ਹੋ ਗਈ ਵੀ ਇਹ ਕੀ ਕਰਨਾ ਚਾਹੁੰਦੇ ਸੀ। ਲੋਕਾਂ ਨੂੰ ਸਹੂਲਤ ਦੇਣਾ ਚਾਹੁੰਦੇ ਸੀ, ਬਦਲਾਵ ਲਿਆਉਣਾ ਚਾਹੁੰਦੇ ਸੀ ਕਿ ਇਹਨਾਂ ਨੇ ਰਾਜਨੀਤੀ ਕਰਨੀ ਹੈ, ਕਬਜ਼ੇ ਕਰਨੇ। ਸੋ ਕਾਂਗਰਸ ਪਾਰਟੀ ਹਮੇਸ਼ਾ ਵਰਕਰਾਂ ਲਈ ਖੜੀ ਸੀ, ਖੜਦੀ ਰਹੀ ਹੈ, ਖੜਦੀ ਰਹੂਗੀ। ਅਸੀਂ ਹਰੇ ਆ, ਮਰੇ ਨਹੀਂ। ਅਸੀਂ ਤੁਹਾਡੇ ਲਈ ਜਦੋਂ ਸਾਨੂੰ ਆਵਾਜ਼ ਦਵਾਂਗੇ ਅਸੀਂ ਖੜੇ ਆ, ਜਦੋਂ ਮਰਜ਼ੀ ਜਿੱਥੇ ਮਰਜ਼ੀ ਬੁਲਾਓ। ਕਾਂਗਰਸ ਪਾਰਟੀ ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ। ਵੜਿੰਗ ਸਾਹਿਬ, ਅੱਜ ਜ਼ਿਲ੍ਹਾ ਕਾਂਗਰਸ ਇਕਾਈ ਦੇ ਵੱਲੋਂ ਜਿਹੜਾ ਮਹਿੰਗਾਈ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ, ਕੀ ਕਹਿਣਾ? ਹਾਂਜੀ, ਇਹ ਪੂਰੇ ਦੇਸ਼ ਭਰ ਦੇ ਵਿੱਚ ਇਹ ਧਰਨੇ ਲੱਗੇ ਹੈ ਮਹਿੰਗਾਈ ਦੇ ਖਿਲਾਫ। ਕਾਂਗਰਸ ਪਾਰਟੀ ਦੇ ਸੁਨੇਹਾ ਸੀਗਾ ਕਿ ਜਿਸ ਤਰ੍ਹਾਂ ਪੈਟਰੋਲ, ਡੀਜ਼ਲ ਤੇ LPG ਗੈਸ ਦੀਆਂ ਹਰ ਰੋਜ਼ ਕੀਮਤਾਂ ਵੱਧ ਰਹੀਆਂ, ਉਹਦੇ ਖਿਲਾਫ ਸਾਨੂੰ ਲੜਾਈ ਲੜਨ ਦੀ ਲੋੜ ਹੈ। ਕਾਂਗਰਸ ਪਾਰਟੀ ਨੇ ਦੇਸ਼ ਦੇ ਅੰਦਰ 60 ਸਾਲ ਰਾਜ ਕਰਨ ਦੇ ਬਾਵਜੂਦ ਵੀ ਅੱਜ ਤੋਂ 8 ਵਰੇ ਪਹਿਲਾਂ ਅਗਰ LPG ਗੈਸ ਦੀ ਕੀਮਤ ਦੀ ਗੱਲ ਕਰੀਏ ਤਾਂ ਮੇਰਾ ਖਿਆਲ 350 ਰੁਪਏ ਦਾ ਗੈਸ ਸਿਲੰਡਰ ਮਿਲਦਾ ਸੀ, ਅੱਜ 950 ਰੁਪਏ ਦਾ ਮਿਲਦਾ ਹੈ। ਅਗਰ ਤੇਲ ਦੀਆਂ ਕੀਮਤਾਂ ਦੀ ਗੱਲ ਕਰੇ ਤਾਂ 45 ਰੁਪਏ 50 ਰੁਪਏ ਸੀ। ਤੇਲ ਵੱਧਦਾ ਸੀ ਲੇਕਿਨ 2 ਪੈਸੇ 5 ਪੈਸੇ 10 ਪੈਸੇ, ਲੇਕਿਨ ਹੁਣ 3 ਰੁਪਏ ਰੋਜ਼ 4 ਰੁਪਏ ਰੋਜ਼, ਅੱਜ 100 ਰੁਪਏ ਲੀਟਰ ਪੈਟਰੋਲ ਹੋ ਗਿਆ ਹੈ। DAP ਦੀ ਕੀਮਤ ਅੱਜ ਤੋਂ 8 ਵਰੇ ਪਹਿਲਾਂ ਮਨਮੋਹਨ ਸਿੰਘ ਦੇ ਰਾਜ ਦੇ ਅੰਦਰ 450 ਰੁਪਏ ਦਾ ਗੱਟਾ ਮਿਲਦਾ ਸੀ, ਅੱਜ 1100 ਰੁਪਏ ਦਾ ਗੱਟਾ ਮਿਲਦਾ ਹੈ। ਜਦ ਕਿ ਮੈਂ ਸਮਝਦਾ ਕਿ ਦੇਸ਼ ਦੇ ਲੋਕਾਂ ਨੂੰ ਰਾਜਨੀਤੀ ਦੇ ਨਾਂ ਤੇ, ਸੇਵਾ ਦੇ ਨਾਂ ਤੇ ਮੂਰਖ ਬਣਾਇਆ ਜਾ ਰਿਹਾ ਹੈ। ਲੋਕ ਇਹ ਕਹਿੰਦੇ ਸੀ ਮੋਦੀ ਸਾਹਿਬ ਕਿ ਮੈਂ ਚੌਕੀਦਾਰ ਬਣ ਕੇ ਇਸ ਦੇਸ਼ ਦੀ ਸੇਵਾ ਕਰਾਂਗਾ। ਮੈਨੂੰ ਲੱਗਦਾ ਕਿ ਮੇਰੇ ਉਸ ਭਾਰਤ ਦੇਸ਼ ਨੂੰ
ਜਿਹਨੂੰ ਹਜ਼ਾਰਾਂ ਲੱਖਾਂ ਲੋਕਾਂ ਦੀ ਜਾਨ ਗਵਾ ਕੇ ਇਸ ਦੇਸ਼ ਨੂੰ ਬਣਾਇਆ ਗਿਆ, ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਹਰਾਂ ਨੇ ਸੰਵਿਧਾਨ ਲਿਖਿਆ, ਉਸ ਦੇਸ਼ ਦਾ ਅੱਜ ਜਨਾਜ਼ਾ ਕੱਢ ਦਿੱਤਾ ਗਿਆ ਹੈ। GST ਦਾ ਹਾਲ ਦੇਖ ਲਓ ਤੁਸੀਂ ਕੀ ਹੋਇਆ, ਨੋਟਬੰਦੀ ਦੇ ਵੇਲੇ ਦੇਸ਼ ਦਾ ਕੀ ਹਾਲ ਹੋਇਆ। ਅੱਜ ਆਪਣੀ ਮਰਜ਼ੀ ਨਾਲ ਜੋ ਫੈਸਲੇ ਲਏ ਜਾ ਰਹੇ ਨੇ, ਚੰਡੀਗੜ੍ਹ ਦੇ ਵਿੱਚ ਵੀ ਸਰਵਿਸ ਰੂਲ ਦਿੱਲੀ ਦੇ ਜਿਸ 75 ਸਾਲ ਜਿਸ ਦੇਸ਼ ਦੀ ਪੰਜਾਬ ਦੀ ਰਾਜਧਾਨੀ ਦੇ ਅੰਦਰ ਪੰਜਾਬ ਦੇ ਰੂਲ ਸਥਾਪਿਤ ਸਨ, ਕੀ ਐਸੀ ਲੋੜ ਪੈਗੀ ਜਾਣ ਬੁੱਝ ਕੇ ਦੇਸ਼ ਨੂੰ ਖਰਾਬ ਕਰਨ ਦੀ ਗੱਲ, ਤੋੜ ਮਰੋੜਨ ਦੀ ਗੱਲ ਕੀਤੀ ਜਾਂਦੀ ਹੈ। ਸੋ ਉਹਦੇ ਖਿਲਾਫ ਅੱਜ ਅਸੀਂ ਸਾਡੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਦੇ ਸਰਦਾਰ ਹਰਚੰਦ ਸਿੰਘ ਸੋਥਾ ਸਾਹਿਬ ਨੇ ਸਾਨੂੰ ਕਾਲ ਕੀਤਾ ਸੀ ਤੇ ਉਹਨਾਂ ਧਰਨਾ। ਮੋਦੀ ਸਾਹਿਬ ਕਹਿ ਰਹੇ ਸੀ ਕਿ ਅੱਛੇ ਦਿਨ ਆਉਣਗੇ, ਕੀ ਲੱਗਦਾ ਕਿ ਤੁਹਾਨੂੰ? ਹਾਂ, ਅੱਛੇ ਦਿਨ ਆਏ ਆ। ਹਜੇ ਤਾਂ ਅੱਛੇ ਦਿਨ ਕੀ ਆਏ, ਜਿਹਦੇ 150 ਰੁਪਏ ਲੀਟਰ ਪੈਟਰੋਲ ਹੋਏਗਾ ਤੇ 1500 ਰੁਪਏ ਦਾ ਸਿਲੰਡਰ ਹੋਏਗਾ ਇੱਕ ਵਾਰੀ ਮੋਦੀ ਸਾਹਿਬ ਦੇ ਰਾਜ ਤੋਂ ਬਾਅਦ। ਤੁਹਾਨੂੰ ਪਤਾ ਇਹ ਸਭ ਅੱਛੇ ਦਿਨ ਹੈ, ਇਸ ਤੋਂ ਅੱਛੇ ਦਿਨ ਕੀ ਹੋਣਗੇ? ਪੰਜਾਬ ਸਰਕਾਰ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ 300 ਯੂਨਿਟ ਸਰਕਾਰ ਬਣਨ ਦੇ, ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਤਾਂ ਦਿੱਤਾ ਜਾਵੇ, ਲੇਕਿਨ ਹੁਣ ਉਹਨਾਂ ਨੇ 300 ਯੂਨਿਟ ਦੇਣ ਦੀ ਜਗ੍ਹਾ ਤੇ 3 ਰੁਪਏ ਯੂਨਿਟ, 5 ਰੁਪਏ ਯੂਨਿਟ ਤੇ 7 ਰੁਪਏ ਯੂਨਿਟ ਕਰ ਦਿੱਤੀ ਹੈ। ਕਿਵੇਂ ਦੇਖਦੇ ਹੋ? ਬਿਲਕੁਲ ਜੀ, ਇਹ ਤਾਂ ਸਾਨੂੰ ਪਹਿਲਾਂ ਹੀ ਪਤਾ ਸੀਗਾ। ਇਹ ਬਦਲਾਵ ਹੈ, ਬਦਲਾਵ ਆ ਰਿਹਾ ਹੈ। ਸਮਾਰਟ ਮੀਟਰ ਲੱਗ ਰਹੇ ਨੇ, ਬਦਲਾਵ ਆ ਰਿਹਾ ਹੈ। ਰਾਜ ਸਭਾ ਮੈਂਬਰ ਐਸੇ ਲੋਕਾਂ ਨੂੰ ਬਣਾਇਆ ਗਿਆ, ਅਮੀਰ ਲੋਕਾਂ ਨੂੰ, ਬਦਲਾਵ ਆ ਰਿਹਾ। ਕੋਈ ਜਿਹੜੇ ਵਿਚਾਰੇ ਜਿਨ੍ਹਾਂ ਨੇ ਪਾਰਟੀ ਨੂੰ ਖੜਾ ਕੀਤਾ ਸੀ, ਆਮ ਆਦਮੀ ਪਾਰਟੀ ਨੂੰ, ਉਹਨਾਂ ਨੂੰ ਕਿਸੇ ਨੂੰ ਪੁੱਛਿਆ ਨਹੀਂ ਗਿਆ। ਇਹ ਬਦਲਾਵ ਹੈ। ਜਿਹੜੀ ਹੁਣ ਬਿਜਲੀ ਦੀ ਗੱਲ ਕੀਤੀ ਸੀ, 1000 ਰੁਪਏ ਲੋਕਾਂ ਨੂੰ ਦੇਣ ਦੀ ਗੱਲ ਕੀਤੀ ਸੀ, ਉਹ ਤੁਹਾਨੂੰ ਲੱਗ ਜਾਣਾ ਪਤਾ। 25 ਲੱਖ ਨੌਕਰੀ ਦੀ ਗੱਲ ਕੀਤੀ ਸੀ, ਸਰਪੰਚਾਂ ਨੂੰ 25000 ਤਨਖਾਹ ਦੇਣ ਦੀ ਗੱਲ ਕੀਤੀ ਸੀ ਭਗਵੰਤ ਸਿੰਘ ਮਾਨ ਨੂੰ। ਇਹ ਬਦਲਾਵ ਹੈ। ਤੁਹਾਡੇ ਵੱਲੋਂ ਸੰਬੋਧਨ ਦੇ ਵਿੱਚ ਆਪਣੇ ਆਪ ਨੂੰ ਨਿਕੰਮਾ ਕਿਹਾ ਗਿਆ, ਕੀ ਕਰਨਾ? ਮੈਂ ਹਰ ਵਿਅਕਤੀ ਜੇ ਆਪਣੇ ਆਪ ਨੂੰ ਨਿਕੰਮਾ ਸਮਝੇ, ਆਪਦੇ ਆਪ 'ਚ ਕਮੀ ਸਮਝੇ, ਤਾਂ ਮੈਂ ਸਮਝਦਾ ਉਹ ਫੇਰ ਹੀ ਅੱਗੇ ਵੱਧ ਸਕਦਾ। ਜਿਹੜਾ ਆਪਦੇ ਆਪ ਨੂੰ ਸਿਆਣਾ ਵਿਅਕਤੀ ਕਵੇ ਕਿ ਮੇਰੇ ਤੋਂ ਸਮਝਦਾਰ ਕੋਈ ਨਹੀਂ ਹੈ, ਉਸ ਤੋਂ ਵੱਡਾ ਬੇਵਕੂਫ ਕੋਈ ਨਹੀਂ ਹੁੰਦਾ। ਇਹ ਮੈਨੂੰ ਸਾਨੂੰ ਪੜ੍ਹਾਉਣ ਵਾਲੇ ਜਿਹੜੇ ਮਾਸਟਰ ਸਾਹਿਬਾਨ ਸੀ, ਸਾਡੇ ਗੁਰੂ ਸੀ, ਉਹ ਦੱਸ ਕੇ ਗਏ ਸੀ। ਥੈਂਕ ਯੂ। ਜੋ ਤੁਸੀਂ ਸੰਘਰਸ਼ ਕੀਤਾ ਹੈ, ਕੀ ਮਕਸਦ ਹੈ? ਦੇਖੋ, ਸੈਂਟਰ ਸਰਕਾਰ ਜਾਂ BJP ਦੀ ਸਰਕਾਰ ਲੈ ਲਈਏ, ਲਗਾਤਾਰ ਪੈਟਰੋਲ ਦੀਆਂ, ਡੀਜ਼ਲ ਦੀਆਂ, ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਧਾਉਂਦੀ ਜਾ ਰਹੀ ਹੈ ਲਗਾਤਾਰ। ਇਹ ਸਾਨੂੰ ਯਾਦ ਹੋਊਗਾ ਕਰੋਨਾ ਦੇ ਵਿੱਚ ਵੀ, ਜਿੱਥੇ ਸਭ ਕੁਝ ਰੋਜ਼ਗਾਰ ਸਾਡਾ ਠੱਪ ਸੀਗਾ, ਗਰੀਬ ਮਜਬੂਰ ਹੋਏ ਪਏ ਸੀ, 2 ਸਾਲ ਸਭ ਕੁਝ ਬੰਦ ਹੋ ਗਿਆ। ਉੱਥੇ ਵੀ ਮੋਦੀ ਸਾਹਿਬ ਨੇ ਦੇਸ਼ ਦਾ ਨਹੀਂ ਸੋਚਿਆ, ਉਦੋਂ ਵੀ ਪੈਟਰੋਲ ਦੀਆਂ ਕੀਮਤਾਂ ਵਧੀਆਂ ਸੀ। ਤੇ ਹੁਣ ਵੀ ਦੇਖ ਲਓ, ਇਹ ਹੁੰਦਾ ਕੀ ਹੈ ਜੀ, ਅਗਰ ਕੌਮਾਂਤਰੀ ਮੰਡੀ ਦੇ ਵਿੱਚ ਤੇਲ ਦੀਆਂ ਕੀਮਤਾਂ ਵੱਧਦੀਆਂ ਤਾਂ ਵਧਾਉਣੀਆਂ ਹੁੰਦੀਆਂ, ਅਗਰ ਘਟਦੀਆਂ ਤਾਂ ਘਟਾਉਣੀਆਂ ਹੁੰਦੀਆਂ। ਪਰ ਹੁੰਦਾ ਕੀ ਹੈ, ਮੋਦੀ ਸਾਹਿਬ ਨੇ ਕੀ ਕੀਤਾ, ਜਦੋਂ ਕੌਮਾਂਤਰੀ ਮੰਡੀ ਦੇ ਵਿੱਚ ਤੇਲ ਦੀਆਂ ਕੀਮਤਾਂ ਵਧੀਆਂ ਤਾਂ ਇੱਥੇ ਵਧਾਈਆਂ, ਲੋਕਾਂ ਦੇ ਵਾਧੂ ਬੋਝ ਪਾਇਆ, ਤੇ ਜਦੋਂ ਘਟੀਆਂ, ਘਟਾਉਣ ਦੀ ਥਾਂ ਤੇ ਲੋਕਾਂ ਤੇ ਐਕਸਟਰਾ ਟੈਕਸ ਲਾ ਕੇ ਉਹਨਾਂ ਦੇ ਬੋਝ ਪਾਇਆ ਤਾਂ ਕਿ ਕੀਮਤਾਂ ਘਟਣ ਨਾ। ਤੇ ਹੁਣ ਵੀ ਲਗਾਤਾਰ 21 ਮਾਰਚ ਤੋਂ ਬਾਅਦ ਲਗਾਤਾਰ 12 ਦਿਨਾਂ ਦੇ ਵਿੱਚ 10 ਵਾਰੀ ਪੈਟਰੋਲ ਦੀਆਂ ਕੀਮਤਾਂ ਵਧੀਆਂ, 80 ਪੈਸੇ ਲਗਾਤਾਰ ਵਧ ਰਹੀਆਂ, 10 ਵਾਰੀ ਵੱਧ ਗਈਆਂ 12 ਦਿਨਾਂ ਦੇ ਵਿੱਚ। ਇਹ ਲੋਕਾਂ ਨੂੰ ਤੁਸੀਂ ਐਦਾਂ ਸੁੱਖ ਦੇ ਰਹੇ ਹੋ। ਔਰ ਸਾਡੇ ਦੇਖੋ, ਸਾਡੀ ਜਿਹੜੀ ਪੰਜਾਬ ਸਰਕਾਰ ਹੈ, ਸਾਡੇ ਕੇਜਰੀਵਾਲ ਜੀ ਮੁੱਖ ਮੰਤਰੀ ਸਾਹਿਬ ਹੈ, ਪੰਜਾਬ ਨੂੰ ਲਵਾਰਸ ਛੱਡ ਕੇ ਗੁਜਰਾਤ ਦੇ ਵਿੱਚ ਗਏ ਹੋਏ ਹੈ। ਉਹਨਾਂ ਨੂੰ ਰਾਜਨੀਤੀ ਦੀ ਸੁੱਝ ਰਹੀ ਹੈ। ਸਾਡੇ ਪੰਜਾਬ ਦੇ ਲੋਕ ਤਰਾਹੀ ਕਰ ਰਹੇ ਹੈ, ਮਹਿੰਗਾਈ ਵੱਧ ਰਹੀ ਹੈ। ਬਿਜਲੀ ਦਾ ਵਾਅਦਾ ਕੀਤਾ, ਉਹ ਵੀ ਲੋਕਾਂ ਨੂੰ ਦੇਖੋ ਕਿੱਦਾਂ ਇਹਨਾਂ ਨੇ ਠੱਗਿਆ। ਪਹਿਲਾਂ ਕਹਿੰਦੇ ਸੀ ਸਾਡੀ ਸਰਕਾਰ ਲਿਆਓ, ਅਸੀਂ ਪਹਿਲੀ ਗਰੰਟੀ ਦਿੰਨੇ ਆ, ਪਹਿਲਾਂ ਹੀ ਆਉਂਦੇ ਸਾਰ ਅਸੀਂ ਬਿਜਲੀ ਮੁਫਤ ਦੇਵਾਂਗੇ, ਅਸੀਂ ਬਿਜਲੀ ਸਸਤੀ ਕਰਾਂਗੇ। ਨਾ ਮੁਫਤ ਕੀਤੀ, ਨਾ ਸਸਤੀ ਕੀਤੀ, ਔਰ ਕਹਿੰਦੇ ਕਿ ਅਸੀਂ ਨਹੀਂ ਕਰ ਸਕਦੇ। ਬਲਕਿ ਜਦੋਂ ਕਾਂਗਰਸ ਦੀ ਗਵਰਨਮੈਂਟ ਸੀ, ਉਹਨਾਂ ਨੇ ਸਸਤੀ ਕੀਤੀ ਸੀ, ਉਦੋਂ ਵੀ ਜ਼ਿਆਦਾ ਇਹਨਾਂ ਨੇ ਰੇਟ ਵਧਾਤਾ। ਸੋ ਲਗਾਤਾਰ ਪੰਜਾਬ ਸਰਕਾਰ ਵੀ ਤੇ ਕੇਂਦਰ ਦੀ ਸਰਕਾਰ ਵੀ ਲਗਾਤਾਰ ਪੰਜਾਬ ਦੇ ਲੋਕਾਂ ਤੇ ਦੇਸ਼ ਦੇ ਲੋਕਾਂ ਤੇ ਲਗਾਤਾਰ ਬੋਝ ਦੇ ਰਹੀ ਹੈ। ਤਾਂ ਉਸ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਨੇ ਸੰਘਰਸ਼ ਕੀਤਾ, ਔਰ ਸਾਡਾ ਸੰਘਰਸ਼ ਇੱਦਾਂ ਹੀ ਜਾਰੀ ਰਹੂਗਾ, ਕਿਉਂਕਿ ਅਸੀਂ ਲੋਕਾਂ ਦੇ ਲਈ, ਪੰਜਾਬ ਦੇ ਲੋਕਾਂ ਲਈ ਹਮੇਸ਼ਾ ਖੜੇ ਆ। ਕਾਂਗਰਸ ਪਾਰਟੀ ਖੜੀ ਹੈ, ਖੜੇ ਸੀ ਤੇ ਖੜੇ ਰਵਾਂਗੇ, ਔਰ ਇਹ ਸੰਘਰਸ਼ ਜਾਰੀ ਰਹੂਗਾ।